ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਅਕਾਲ ਟਰੱਕ ਐਂਡ ਟ੍ਰੇਲਰ ਹੁਣ ਆਪਣੀ ਨਵੀਂ ਲੋਕੇਸ਼ਨ 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ, ਮੈਨੀਟੋਬਾ 'ਤੇ ਸ਼ਿਫਟ ਹੋ ਗਏ ਨੇ ਜੀ। ਇੱਥੇ ਤੁਹਾਨੂੰ ਜਿਹੜੀਆਂ ਫਰੈਸ਼ ਫੈਸਿਲਿਟੀਜ਼ ਨੇ ਉਹਦੇ ਵਿੱਚ ਵਾਸ਼ ਹੈ ਜੀ, ਕੁਇਕ ਟਰੱਕ ਲਿਊਬ ਦੇ ਨਾਲ ਨਾਲ ਪਾਰਕਿੰਗ ਦੀ ਸਹੂਲਤ ਉਪਲਬਧ ਹੈ। ਸੋ ਬਲਤੇਜ ਸਿੰਘ ਪਨੇਸਰ ਹੋਰਾਂ ਨਾਲ 2044592000 'ਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ। ਜੇਕਰ ਤੁਸੀਂ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ, ਲੋਕਲ ਹੀ ਰਹਿਣਾ ਚਾਹੁੰਦੇ, ਤਾਂ ਸੈਟਲ ਏਰੀਆ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰੀਏ ਕੁੰਵਰ ਵਿਜੇ ਪ੍ਰਤਾਪ ਦੀ। ਕਾਫੀ ਕੁਛ ਬੋਲ ਕੇ ਨੇ, ਕਾਫੀ ਕੁਛ ਪੜ੍ਹਦੇ ਚੁੱਕੇ ਨੇ। ਕਿਹਦੇ ਦੇ ਉੱਤੇ ਨਿਸ਼ਾਨੇ ਸਾਧੇ ਜੀ? ਦੇਖੋ, ਪਹਿਲਾਂ ਤਾਂ ਉਹਨਾਂ ਨੇ ਟਾਰਗੇਟ ਕੀਤਾ ਹੈ ਅਤੁਲ ਨੰਦਾ ਨੂੰ ਜੀ। ਉਹਨਾਂ ਨੇ ਕਿਹਾ ਕਿ ਅਤੁਲ ਨੰਦਾ ਨੇ ਠੀਕ ਤਰੀਕੇ ਦੇ ਨਾਲ ਪੈਰਵੀ ਨਹੀਂ ਕੀਤੀ। ਇੰਕਸ਼ਾਫ ਇਹ ਕੀਤਾ ਕਿ ਅਤੁਲ ਨੰਦਾ ਆਪ ਅਦਾਲਤ ਵਿੱਚ ਪੇਸ਼ ਨਹੀਂ ਹੁੰਦਾ ਰਿਹਾ ਜੀ, ਸਗੋਂ ਹਰ ਪੇਸ਼ੀ ਦੇ ਉੱਤੇ ਉਹਦੀ ਮੈਡੀਕਲ ਲੀਵ ਦੀ ਐਪਲੀਕੇਸ਼ਨ ਆ ਜਾਂਦੀ ਸੀ ਜੀ। ਇਹਦੇ ਤੋਂ ਕਈ ਕਿਸਮ ਦੇ ਸ਼ੱਕ ਪੈਦਾ ਹੁੰਦੇ ਹੈ ਕਿਉਂਕਿ ਕੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦਾ ਇਹ ਵੀ ਕਹਿਣਾ ਹੈ ਕਿ
ਉਹ ਤੋਂ ਪਹਿਲੇ ਕਿਸੇ ਵੀ ਕੇਸ ਦੇ ਵਿੱਚ ਜੀ ਕਦੇ ਵੀ ਉਹਨਾਂ ਨੇ ਮੈਡੀਕਲ ਲੀਵ ਨਹੀਂ ਲਈ। ਔਰ ਇਹਦੇ ਵਾਸਤੇ ਉਹ ਦਿੱਲੀ ਤੋਂ ਬੜੇ ਮਹਿੰਗੇ ਵਕੀਲ ਲੈ ਕੇ ਆਉਂਦੇ ਸੀ, ਜਿਨ੍ਹਾਂ ਵਕੀਲਾਂ ਨੂੰ ਬੜੇ ਵੱਡੇ ਹੋਟਲਾਂ ਦੇ ਵਿੱਚ ਠਹਿਰਾਇਆ ਜਾਂਦਾ ਸੀ, ਖਾਸ ਕਰਕੇ ਤਾਜ ਦੇ ਵਿੱਚ। ਜੀ ਇੱਕ ਵਾਰੀ ਕਹਿੰਦੇ ਤਾਜ ਦੇ ਵਿੱਚ ਕਮਰਾ ਨਹੀਂ ਸੀ ਮਿਲਿਆ, ਕੋਈ ਹੋਰ ਫੰਕਸ਼ਨ ਚੱਲਦਾ ਸੀ ਜੀ, ਕਿਸੇ ਹੋਰ ਵੱਡੇ ਘਰ ਦਾ ਹੋਣਾ, ਤੇ ਉਹ ਤੋਂ ਬਾਅਦ ਕਹਿੰਦੇ ਕੋਈ ਵੱਡਾ ਹੋਟਲ ਹੋਰ ਹੈ, JW ਮੈਰੀਅਟ, ਉਹਦੇ ਚ ਠਹਿਰਾ ਮੈਰੀਅਟ, ਉਹ ਵੀ ਕਾਫੀ ਵੱਡਾ, ਉਹ ਵੀ ਕਾਫੀ ਵੱਡਾ ਹੈ, ਉੱਥੇ ਠਹਿਰਾਇਆ। ਲੇਕਿਨ ਕਹਿੰਦੇ ਉੱਥੇ ਨਖਰੇ ਬਹੁਤ ਕੀਤੇ, ਉਹਨਾਂ ਦੇ ਉਹ ਫਿੱਟ ਨਹੀਂ ਆਇਆ। ਕਹਿੰਦਾ ਮੈਂ ਦਿੱਲੀ ਜਾਂਦਾ ਰਿਹਾ, ਔਰ ਦਿੱਲੀ ਜਾ ਕੇ ਮੈਂ ਉੱਥੇ ਆਪਣੀ ਗੱਲ ਰੱਖਦਾ ਰਿਹਾ, ਪਰ ਮੈਨੂੰ ਦਿੱਲੀ ਚਪੜਾਸੀਆਂ ਦੀ ਤਰ੍ਹਾਂ ਖੜਾ ਕਰ ਦਿੱਤਾ ਜਾਂਦਾ ਸੀ ਪ੍ਰਾਈਵੇਟ ਵਕੀਲਾਂ ਵੱਲੋਂ। ਉਹ ਵਕੀਲ ਜਿਹੜੇ ਹੈਗੇ ਸਰਕਾਰੀ ਵਕੀਲ ਨਹੀਂ, ਸਰਕਾਰੀ ਤੌਰ ਤੇ ਨਾਮਜ਼ਦ ਕੀਤੇ ਹੋਏ ਨਹੀਂ, ਸਗੋਂ ਉਹਨਾਂ ਨੂੰ ਪਰ ਪੇਸ਼ੀ ਪੈਸੇ ਦਿੱਤੇ ਜਾਂਦੇ ਸੀ। ਤੇ ਉਹਨੇ ਕਿਹਾ ਕਿ ਇੱਕ ਵਾਰੀ ਸਵੇਰੇ ਸਟ੍ਰਾਈਕ ਸੀ, ਇੱਕ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਕਿ ਸਟ੍ਰਾਈਕ ਹੈ, ਅਦਾਲਤ ਦੇ ਵਿੱਚ ਕੋਈ ਕੰਮ ਨਹੀਂ ਹੋਊਗਾ। ਇਹਦੇ ਬਾਵਜੂਦ ਵੀ ਦਿੱਲੀ ਤੋਂ ਵਕੀਲਾਂ ਨੂੰ ਬੁਲਾਇਆ ਗਿਆ, ਔਰ ਉਹਨਾਂ ਨੂੰ ਜਿਹੜਾ ਪੈਸਾ ਦਿੱਤਾ ਗਿਆ ਉਹਦੇ ਤੇ ਕਮਰ ਵਿਜੇ ਪ੍ਰਤਾਪ ਦਾ ਕਹਿਣਾ ਕਿ ਇੰਨਾ ਪੈਸਾ ਸੀ ਕਿ ਮੇਰੀ 3 ਮਹੀਨਿਆਂ ਦੀ ਸੈਲਰੀ ਦੇ ਬਰਾਬਰ ਸੀ। 3 ਸਾਲਾਂ ਦੀ ਸੈਲਰੀ ਦੇ ਬਰਾਬਰ ਸੀ। ਇਹ ਬੜੇ ਗੰਭੀਰ ਇਲਜ਼ਾਮ ਹੈ। ਇਹਦੇ ਵਿੱਚੋਂ ਜਿਹੜੀ ਹੈਗੀ ਹੈ ਭ੍ਰਿਸ਼ਟਾਚਾਰ ਦੀ ਵੀ ਬਹੁਤ ਵੱਡੀ ਬੂ ਆਉਂਦੀ ਹੈ। ਔਰ ਅਗਲੀ ਗੱਲ ਉਹਨੇ ਕਹੀ ਹੈ ਕਿ ਇਹ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਹਿੱਤ ਲਿਆਂਦਾ ਗਿਆ ਸੀ, ਔਰ ਕੈਪਟਨ ਅਮਰਿੰਦਰ ਸਿੰਘ ਨੇ 2 ਗੱਲਾਂ ਕਹੀਆਂ ਸੀ ਜੀ। ਉਹਨਾਂ ਨੇ ਕਿਹਾ ਸੀ ਕਿ ਇਸ ਕੇਸ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਨਾਲ ਸੰਬੰਧਿਤ ਕੇਸ ਹੈ, ਸਿਰਫ ਤੇ ਸਿਰਫ ਐਡਵੋਕੇਟ ਜਨਰਲ ਹੀ ਹਾਈ ਕੋਰਟ ਵਿੱਚ ਅਪੀਅਰ ਹੋਣਗੇ, ਹੋਰ ਅਪੀਲ ਕੋਈ ਨਹੀਂ। ਅਗਲੀ ਗੱਲ ਉਹਨਾਂ ਨੇ ਕਹੀ ਸੀ ਕਿ ਜਦੋਂ ਸਾਡੇ ਕੋਲ ਇੱਕ ਵੱਡੀ ਟੀਮ ਹੈ ਲਾਅ ਅਫਸਰਾਂ ਦੀ, ਤੇ ਦਿੱਲੀ ਤੋਂ ਬਾਹਰਲਾ ਵਕੀਲ ਅੰਗੇਜ਼ ਕਰਨ ਦੀ ਕੋਈ ਲੋੜ ਨਹੀਂ ਜੀ। ਜੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ, ਔਰ ਅਗਲੀ ਗੱਲ ਵੀ ਕਹੀ ਉਹਨੇ ਕਿ ਇਹ ਮੁੱਖ ਮੰਤਰੀ ਨੇ ਜ਼ੁਬਾਨੀ ਤੌਰ ਤੇ ਨਹੀਂ ਕਹੀ, ਸਗੋਂ ਹੋਮ ਮਿਨਿਸਟਰੀ ਜੀ ਜਿਹਦਾ ਇੰਚਾਰਜ ਖੁਦ ਮੁੱਖ ਮੰਤਰੀ ਹੈ, ਹੋਮ ਮਿਨਿਸਟਰੀ ਦੀ ਲਿਖਤੀ ਚਿੱਠੀ ਵੀ ਜਿਹੜੀ ਹੈਗੀ ਹੈ ਉਹ ਇਹਨੂੰ ਜਿਹੜੀ ਹੈ ਜਾਰੀ ਹੋਈ ਹੈ ਅਤੁਲ ਨੰਦਾ ਨੂੰ। ਅਤੁਲ ਨੰਦਾ ਦੇ ਉੱਤੇ ਜਿਹੜੇ ਉਹਨਾਂ ਨੇ ਇਲਜ਼ਾਮ ਲਾਏ ਹੈ ਜੀ, ਇਹਨਾਂ ਇਲਜ਼ਾਮਾਂ ਦੀ ਮੇਰਾ ਨਹੀਂ ਖਿਆਲ ਹੈ ਵੀ ਕੋਈ ਬੰਦਾ ਤਰਦੀਦ ਕਰੂਗਾ, ਇਹਨਾਂ ਦਾ ਖੰਡਨ ਕਰੂਗਾ। ਲਗਭਗ ਸਾਰੇ ਲੋਕ ਇਹ ਸਮਝਦੇ ਆ ਕਿ ਅਤੁਲ ਨੰਦਾ ਦੀ ਜਿਹੜੀ ਹੈ ਕਾਰਗੁਜ਼ਾਰੀ ਬਹੁਤ ਬੇਕਾਰ ਹੈ, ਬੜੀ ਨਿਕੰਮੀ ਹੈ ਜੀ। ਤੁਹਾਡੀ ਯਾਦ ਹੋਣਾ ਪਹਿਲਾਂ ਵੀ ਇੱਕ ਵਾਰੀ ਮਿਸਟਰ ਸੁਨੀਲ ਜਾਖੜ ਜਨਤਕ ਤੌਰ ਤੇ ਮੁੱਖ ਮੰਤਰੀ ਦੀ ਮੌਜੂਦਗੀ ਦੇ ਵਿੱਚ ਉਹਨੂੰ ਕਹਿ ਚੁੱਕਿਆ ਕਿ ਸਾਡਾ ਬੇੜਾ ਗਰਕ ਕਰੀ ਜਾਂਦੇ ਹੋ, ਕਦੇ ਕੋਈ ਕੇਸ ਜਿਤਾਇਆ ਵੀ ਹੈ ਉਹ ਦੱਸੋ ਜਿਹੜਾ ਜਿਤਾਇਆ, ਤੁਸੀਂ ਹਰ ਕੇਸ ਨੂੰ ਜਿਹੜਾ ਹਰਾਉਣ ਵਾਸਤੇ ਖੜੇ ਹੋ ਜਾਂਦੇ ਜੀ, ਫਿਰ ਐਡੀ ਵੱਡੀ ਫੌਜ ਰੱਖਣ ਦੀ ਕੀ ਲੋੜ ਹੈ। ਇਹ ਤੋਂ ਵੀ ਜੇ ਆਪਾਂ ਜ਼ਿਆਦਾ ਦੇਖੀਏ ਤਾਂ ਜਿਹੜੇ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸੈਕਟਰੀ ਹੈ ਮਿਸਟਰ ਸੁਰੇਸ਼ ਕੁਮਾਰ ਜੀ, ਸੁਰੇਸ਼ ਕੁਮਾਰ ਹੋਰਾਂ ਦੀ ਨਿਯੁਕਤੀ ਨੂੰ ਜਦੋਂ ਕਿਸੇ ਵਕੀਲ ਨੇ ਚੁਣੌਤੀ ਦਿੱਤੀ ਸੀ, ਔਰ ਉਹ ਚੁਣੌਤੀ ਸਿੰਗਲ ਜੱਜ ਦੇ ਸੀ, ਸਿੰਗਲ ਜੱਜ ਨੇ ਉਹਨਾਂ ਦੀ ਨਿਯੁਕਤੀ ਰੱਦ ਕਰ ਦਿੱਤੀ ਸੀ ਜੀ। ਉਦੋਂ ਸੁਰੇਸ਼ ਕੁਮਾਰ ਹੋਰਾਂ ਨੇ ਭਾਵੇਂ ਜਨਤਕ ਤੌਰ ਤੇ ਅਖਬਾਰਾਂ ਦੇ ਵਿੱਚ ਆ ਕੇ ਨਹੀਂ ਕਿਹਾ, ਲੇਕਿਨ ਅੰਦਰੋਂ ਜਿਹੜੀਆਂ ਖਬਰਾਂ ਆ ਰਹੀਆਂ ਸੀ ਉਹ ਇਹ ਸੀ ਕਿ ਉਹਨਾਂ ਨੇ ਵੀ ਇਲਜ਼ਾਮ ਜਿਹੜਾ ਹੈਗਾ ਉਹ ਅਤੁਲ ਨੰਦਾ ਤੇ ਲਾਇਆ ਸੀ ਕਿ ਅਤੁਲ ਨੰਦਾ ਨੇ ਠੀਕ ਤਰੀਕੇ ਪੈਰਵੀ ਨਹੀਂ ਕੀਤੀ, ਔਰ ਉਹਨੇ ਨਾਲ ਦੀ ਨਾਲ ਹੀ ਆਪਣਾ ਕਾਰੋਬਾਰ ਛੱਡ ਕੇ ਤੇ ਆਪਣੇ ਘਰ ਬੈਠ ਗਿਆ ਸੀ। ਔਰ ਮੈਂ ਇੱਥੇ ਇਹ ਵੀ ਦੱਸ ਦੇਵਾਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਸ਼ਾਸਨ ਜਿਹੜਾ ਚੱਲ ਰਿਹਾ ਹੈ, ਇਹਨੂੰ ਚਲਾਉਣ ਦੇ ਵਿੱਚ ਸੁਰੇਸ਼ ਕੁਮਾਰ ਦਾ ਬਹੁਤ ਵੱਡਾ ਯੋਗਦਾਨ ਹੈ ਜੀ। ਉਹ ਹੀ ਸਾਰੀਆਂ ਟਰਾਂਸਫਰਾਂ ਵਗੈਰਾ ਉਹ ਕਰਦੇ, ਉਹਨਾਂ ਨੂੰ ਪਤਾ ਕਿ ਕਿਹੜੇ ਹਿਸਾਬ ਨਾਲ ਚਲਾਉਣਾ ਹੈ। ਔਰ ਸੁਰੇਸ਼ ਕੁਮਾਰ ਦੇ ਉੱਤੇ ਕਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਨਹੀਂ ਲੱਗੇ। ਭ੍ਰਿਸ਼ਟਾਚਾਰ ਵੀ 2 ਕਿਸਮ ਦਾ ਹੁੰਦਾ, ਇੱਕ ਨੈਤਿਕ ਹੁੰਦਾ ਤੇ ਇੱਕ ਫਾਈਨੈਂਸ਼ੀਅਲ ਹੁੰਦਾ ਹੈ ਜੀ। ਨੈਤਿਕ ਭ੍ਰਿਸ਼ਟਾਚਾਰ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਜਾਣਕਾਰੀ ਵੀ ਹੈ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਬਣੇ ਕੈਪਟਨ ਤੋਂ ਬਾਅਦ, ਇਹਨਾਂ ਨੇ ਸੁਰੇਸ਼ ਕੁਮਾਰ ਨੂੰ ਕਿਹਾ ਸੀ ਕਿ ਕਾਕਾ ਜੀ ਤੁਸੀਂ ਮੇਰੇ ਪ੍ਰਿੰਸੀਪਲ ਸੈਕਟਰੀ ਲੱਗੋ, ਤੇ ਉਹਨੇ ਰਿਫਿਊਜ਼ ਕਰਤਾ ਸੀ ਜੀ ਨਹੀਂ ਜੀ, ਮੈਂ ਤੁਹਾਤੋਂ ਪਹਿਲੇ ਮੁੱਖ ਮੰਤਰੀ ਦਾ ਪ੍ਰਿੰਸੀਪਲ ਸੈਕਟਰੀ ਰਹਿ ਚੁੱਕਾ, ਮੇਰੇ ਕੋਲੇ ਉਹਨਾਂ ਦੇ ਬਹੁਤ ਸਾਰੇ ਭੇਜ ਹੈ, ਇਸ ਲਈ ਮੈਂ ਇਸ ਪੋਜੀਸ਼ਨ ਤੇ ਨਹੀਂ ਆਊਂਗਾ। ਹੁਣ ਉਸ ਬੰਦੇ ਦੀ ਵੀ ਠੀਕ ਤਰੀਕੇ ਨਾਲ ਪੈਰਵੀ ਨਾ ਕਰ ਸਕੇ ਤਾਂ ਇਹ ਮੰਨਣਾ ਪੈਣਾ ਕਿ ਅਤੁਲ ਨੰਦਾ ਦੇ ਵਿੱਚ ਕਿਤੇ ਨਾ ਕਿਤੇ ਗੜਬੜੀ ਜ਼ਰੂਰ ਹੈ, ਜਾਂ ਉਹ ਕੈਲੀਬਰ ਨਹੀਂਗਾ ਉਹਦੇ ਚ, ਨਾ ਕੋਈ ਹੋਰ ਨਹੀਂ, ਜਾਂ ਕੋਈ ਬੇਈਮਾਨੀ ਉਹਦੇ ਕੁਛ ਨਾ ਕੁਛ ਤਾਂ ਹੈ ਹੀ ਹੈ। ਔਰ ਇਹਦੇ ਤੇ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਅਮਰਿੰਦਰ ਸਿੰਘ ਨੂੰ ਚਾਹੀਦਾ ਕਿ ਉਹ ਇਹ ਤੋਂ ਹੁਣ ਆਪਣਾ ਜਿਹੜਾ ਖਹਿੜਾ ਛਡਾਵੇ। ਇਹ ਚਿੱਟਾ ਹਾਥੀ ਬੰਨਣ ਦਾ ਕੋਈ ਫਾਇਦਾ ਨਹੀਂ, ਜਿਹੜਾ ਹੈਗਾ ਨੁਕਸਾਨ ਬਹੁਤ ਜ਼ਿਆਦਾ ਕਰਵਾਤਾ, ਇਹ ਤੋਂ ਪਹਿਲਾਂ ਕਿ ਹੋਰ ਨੁਕਸਾਨ ਕਰਾਵੇ, ਇਹਨੂੰ ਜਿਹੜਾ ਹੈਗਾ ਲਾਂਭੇ ਕਰ ਦੇਣਾ ਚਾਹੀਦਾ ਹੈ ਜੀ। ਅਗਲੀ ਗੱਲ ਜਿਹੜੀ ਕਮਰ ਵਿਜੇ ਪ੍ਰਤਾਪ ਸਿੰਘ ਨੇ ਕਹੀ ਹੈ, ਮੇਰੇ ਉਹ ਗੱਲ ਹਜ਼ਮ ਨਹੀਂ ਹੋਈ। ਉਹਦੇ ਤੇ ਉਹਨੇ ਟਾਰਗੇਟ ਕੀਤਾ ਹੈ ਮਿਸਟਰ HS ਫੂਲਕਾ ਨੂੰ, ਕਿ HS ਫੂਲਕਾ ਨੇ ਇਸ ਕੇਸ ਦੀ ਪੈਰਵਾਈ ਨਹੀਂ ਕੀਤੀ ਤੇ ਇਹਦੀ ਵਜ੍ਹਾ ਕਾਰਨ ਹੀ ਮੈਨੂੰ ਅਸਤੀਫਾ ਦੇਣਾ ਪਿਆ। ਤੇ 1.5 ਸਾਲ ਪਹਿਲਾਂ ਹੀ ਕਹਿੰਦਾ ਮੈਂ ਕਹਿਤਾ ਸੀ ਕਿ ਮੈਨੂੰ ਤੁਹਾਡੀ ਵਜ੍ਹਾ ਕਾਰਨ ਅਸਤੀਫਾ ਦੇਣਾ ਪੈਣਾ ਜੀ,
ਕਮਰ ਵਿਜੇ ਪ੍ਰਤਾਪ ਹੋਰਾਂ ਦਾ ਇਹ ਕਹਿਣਾ ਹੈ ਕਿ ਇੱਕ ਵਾਰੀ ਮੈਂ ਅਖਬਾਰ ਦੇ ਵਿੱਚ ਇਹ ਨਿਊਜ਼ ਪੜ੍ਹੀ ਸੀ ਕਿ ਫੂਲਕਾ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਕੇਸਾਂ ਦੀ ਪੈਰਵੀ ਮੈਂ ਕਰਨ ਲਈ ਤਿਆਰ ਹਾਂ, ਮੈਂ ਅਪੀਅਰ ਹੋ ਸਕਦਾ। ਤਾਂ ਇਹ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਮੈਂ ਸਾਰੇ ਕਾਗਜ਼ ਪੱਤਰ, ਸਾਰਾ ਰਿਕਾਰਡ ਇਸ ਕੇਸ ਨਾਲ ਸੰਬੰਧਿਤ ਹੈ ਜਿਹੜਾ ਉਹ ਫੂਲਕਾ ਸਾਹਿਬ ਦੇ ਕੋਲੇ ਭੇਜ ਦਿੱਤਾ ਸੀ, ਲੇਕਿਨ ਫੂਲਕਾ ਸਾਹਿਬ ਨੇ ਇਹ ਕਹਿ ਕੇ ਹਾਈ ਕੋਰਟ 'ਚ ਅਪੀਅਰ ਹੋਣ ਤੋਂ ਇਨਕਾਰ ਕਰਤਾ ਸੀ ਕਿ ਉਹਦਾ ਸਿਰਫ ਤੇ ਸਿਰਫ ਸੁਪਰੀਮ ਕੋਰਟ 'ਚ ਹੀ ਪੇਸ਼ ਹੁੰਦੇ। ਇਹਦੇ ਨਾਲ ਫੂਲਕਾ ਸਾਹਿਬ ਦੀ ਜਿਹੜੀ ਸ਼ਖਸੀਅਤ ਹੈ ਉਹਦੇ ਤੇ ਇੱਕਦਮ ਸਵਾਲੀਆ ਨਿਸ਼ਾਨ ਲੱਗ ਗਿਆ, ਕਿਉਂਕਿ HS ਫੂਲਕਾ ਉਹ ਸ਼ਖਸ ਹੈ ਜਿਸ ਸ਼ਖਸ ਨੇ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਨੂੰ ਬੜੀ ਬੇਕਿਰਕੀ ਦੇ ਨਾਲ ਲੜੇ, ਜਾਨ ਵੀ ਖਤਰੇ ਦੇ ਵਿੱਚ ਪਾਈ ਹੈ। ਉਹਦੇ ਤੇ ਹਮਲੇ ਵੀ ਹੁੰਦੇ ਰਹੇ, ਪੋਲੀਟੀਕਲ ਹਮਲੇ ਵੀ ਹੁੰਦੇ ਰਹੇ ਹੈ, ਜਾਤੀ ਹਮਲੇ ਵੀ ਉਹਦੇ ਤੇ ਹੁੰਦੇ ਰਹੇ ਹੈ। ਇਹ ਵੀ ਇਲਜ਼ਾਮ ਲੱਗਦੇ ਰਹੇ ਕਿ ਜੀ ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਜਿਹੜੀ ਪੈਸੇ ਲੈਂਦਾ ਰਿਹਾ, ਲੇਕਿਨ ਉਹ ਸਾਰੀਆਂ ਚੀਜ਼ਾਂ ਝੂਠੀਆਂ ਸਾਬਤ ਹੋਈਆਂ। ਤੇ ਹੁਣ ਜੇ ਅੱਜ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਫੂਲਕਾ ਪੇਸ਼ ਨਹੀਂ ਹੋਇਆ, ਇਹ ਗੱਲ ਬੜੀ ਔਖੀ ਜਿਹੀ ਲੱਗਦੀ ਹੈ। ਤੇ ਹੁਣ HS ਫੂਲਕਾ ਦਾ ਵੀ ਮੋੜਵਾਂ ਜਵਾਬ ਆ ਗਿਆ ਬਿਲਕੁਲ। ਅੱਛਾ, HS ਫੂਲਕਾ ਨੇ ਕਿਹਾ ਕਿ ਮੈਂ ਉਹਨਾਂ ਬੰਦਿਆਂ ਚੋਂ ਨਹੀਂ ਕਿ ਮੈਂ ਕਮਰ ਵਿਜੇ ਪ੍ਰਤਾਪ ਸਿੰਘ ਨੂੰ ਕ੍ਰਿਟੀਸਾਈਜ਼ ਕਰਾਂ ਕਿਉਂਕਿ ਕਮਰ ਵਿਜੇ ਪ੍ਰਤਾਪ ਸਿੰਘ ਇੱਕ ਜਿਹੜਾ ਹੈਗਾ ਮਿਸ਼ਨ ਲੈ ਕੇ ਚੱਲਿਆ ਹੋਇਆ, ਇੱਕ ਲੜਾਈ ਲੈ ਕੇ ਚੱਲਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਦੇ ਖਿਲਾਫ। ਜੇ ਮੈਂ ਉਹਦੇ ਖਿਲਾਫ ਬੋਲੂੰਗਾ ਤਾਂ ਸਾਡੀ ਲੜਾਈ ਜਿਹੜੀ ਹੈ ਇਹਦੇ ਨਾਲ ਮੁਲਜ਼ਮਾਂ ਨੂੰ ਫਾਇਦਾ ਹੋਊਗਾ। ਮੈਂ ਮੁਲਜ਼ਮਾਂ ਨੂੰ ਫਾਇਦਾ ਨਹੀਂ ਪਹੁੰਚਾਉਣਾ ਚਾਹੁੰਦਾ, ਪਰ ਉਹਨੇ ਕਲੀਅਰਿਫਿਕੇਸ਼ਨ ਦਿੱਤੀ। ਉਹ ਕਹਿੰਦਾ ਵੀ ਮੇਰੇ ਕੋਲੇ ਕਮਰ ਵਿਜੇ ਪ੍ਰਤਾਪ ਸਿੰਘ ਕਦੇ ਆਇਆ ਹੀ ਨਹੀਂ, ਮੇਰੇ ਕੋਲੇ ਪੀੜਤ ਪਰਿਵਾਰ ਹੈ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਸ਼ਖਸ ਆਇਆ ਸੀ, ਉਹਨੇ ਸਾਰਾ ਰਿਕਾਰਡ ਲਿਆ ਕੇ ਮੇਰੇ ਸਪੁਰਦ ਕੀਤਾ ਕਿ ਜੀ ਆਹ ਰਿਕਾਰਡ ਕਮਰ ਵਿਜੇ ਪ੍ਰਤਾਪ ਸਿੰਘ ਨੇ ਭੇਜੇ ਤੇ ਤੁਹਾਡੇ ਕੋਲੇ ਭੇਜੇ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਫੂਲਕਾ ਸਾਹਿਬ ਨੂੰ ਕਹੋ ਤੇ ਫੂਲਕਾ ਸਾਹਿਬ ਜਿਹੜਾ ਹੈ ਇਹ ਕੇਸ ਲੜਨ। ਤਾਂ ਫੂਲਕਾ ਸਾਹਿਬ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਕਿ ਹਾਈ ਕੋਰਟ ਦੇ ਵਿੱਚ ਤੁਹਾਡੀ ਪੈਰਵੀ ਕੌਣ ਵਕੀਲ ਕਰ ਰਹੇ? ਕਿਉਂਕਿ ਸਰਕਾਰੀ ਪੱਖ ਤੋਂ ਤਾਂ ਸਰਕਾਰੀ ਵਕੀਲ ਹੈਗੇ, ਚਾਹੇ ਉਹ ਪ੍ਰਾਈਵੇਟ ਵਕੀਲਾਂ ਨੂੰ ਅੰਗੇਜ ਕੀਤਾ ਹੋਵੇ, ਕਿ ਤੁਹਾਡਾ ਵਕੀਲ ਕੌਣ ਹੈ, ਮੈਨੂੰ ਉਸ ਬੰਦੇ ਦਾ ਨਾਂ ਦੱਸੋ। ਤੇ ਉਹਨਾਂ ਨੇ ਜਿਸ ਬੰਦੇ ਦਾ ਨਾਂ ਲਿਆ, ਫੂਲਕਾ ਸਾਹਿਬ ਕਹਿੰਦੇ ਵੀ ਉਸ ਬੰਦੇ ਦੀ ਥਾਂ ਦੇ ਉੱਤੇ ਮੈਂ ਲੱਗਣ ਬਾਰੇ ਸੋਚ ਵੀ ਨਹੀਂ ਸਕਦਾ। ਉਸ ਬੰਦੇ ਦਾ ਨਾਂ ਹੈ RS ਬੈਂਸ, ਰਾਜਵਿੰਦਰ ਸਿੰਘ ਬੈਂਸ। ਰਾਜਵਿੰਦਰ ਸਿੰਘ ਬੈਂਸ ਜਸਟਿਸ ਅਜੀਤ ਸਿੰਘ ਬੈਂਸ ਦਾ ਬੇਟਾ ਹੈ। ਔਰ ਰਾਜਵਿੰਦਰ ਸਿੰਘ ਬੈਂਸ ਦਾ ਜਿਹੜਾ ਹੈਗਾ ਇਮੇਜ ਹੈ ਉਹ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਇੱਕ ਸੀਨੀਅਰ ਵਕੀਲ ਦਾ ਇਮੇਜ ਹੈ। ਉਹਨਾਂ ਦਾ ਕੋਈ ਪੋਲੀਟੀਕਲ ਜਿਹੜਾ ਹੈਗਾ ਐਫੀਲੀਏਸ਼ਨ ਨਹੀਂ ਕਿਸੇ ਵੀ ਪਾਰਟੀ ਨਾਲ, ਨਾ ਅਕਾਲੀ ਦਲ ਨਾਲ, ਨਾ ਕਾਂਗਰਸ ਨਾਲ, ਨਾ BJP ਨਾਲ, ਨਾ ਸੱਜਿਆਂ ਨਾਲ, ਨਾ ਖੱਬਿਆਂ ਨਾਲ। ਉਹ ਸਿਰਫ ਤੇ ਸਿਰਫ ਇੱਕ ਪ੍ਰੋਫੈਸ਼ਨਲ ਵਕੀਲ ਹੈ, ਲੇਕਿਨ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਹੈ। ਜੇ ਅਸੀਂ ਉਹਨਾਂ ਦਾ ਟਰੈਕ ਰਿਕਾਰਡ ਦੇਖੀਏ ਤਾਂ ਮਿਸਟਰ ਬੈਂਸ ਨੇ ਪੁਲਿਸ ਦੇ ਖਿਲਾਫ ਬਹੁਤ ਸਾਰੀਆਂ ਪਟੀਸ਼ਨਾਂ ਦਾਇਰ ਕੀਤੀਆਂ, ਜਿਹਦੇ ਵਿੱਚੋਂ ਪਰਮਰਾਜ ਸਿੰਘ, ਉਮਰਾ ਨੰਗਲ, ਸੁਮੈਤ ਸਿੰਘ ਸੈਣੀ ਵਗੈਰਾ ਇਹ ਸਾਰੇ ਦੇ ਸਾਰੇ ਆਉਂਦੇ। ਅਗਲੀ ਗੱਲ ਜਿਹੜੀ ਫੂਲਕਾ ਸਾਹਿਬ ਕਹਿੰਦੇ ਕਿ ਮੈਂ ਕਿਉਂਕਿ ਪੰਜਾਬ ਦੇ ਵਿੱਚ ਮੈਂ ਰਾਜਨੀਤੀ ਕੀਤੀ ਹੈ, ਮੈਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਵੀ ਰਿਹਾ, ਔਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਰੇ ਜੱਜਾਂ ਨੂੰ ਮੇਰੀ ਪੋਲੀਟੀਕਲ ਐਫੀਲੀਏਸ਼ਨ ਤੇ ਪੋਲੀਟੀਕਲ ਸਰਗਰਮੀ ਦਾ ਚੰਗੀ ਤਰ੍ਹਾਂ ਪਤਾ ਹੈ। ਅਗਰ ਮੈਂ ਜਾ ਕੇ ਉੱਥੇ ਆਪਣਾ ਵਕਾਲਤਨਾਮਾ ਲਾ ਕੇ ਖੜਾ ਹੋਊਂਗਾ ਤਾਂ ਮੇਰਾ ਇਮੇਜ ਇਹ ਆਊਗਾ ਕਿ ਇਹ ਇੱਕ ਪੋਲੀਟੀਕਲ ਬੰਦਾ, ਤੇ ਇਲਜ਼ਾਮ ਪਹਿਲਾਂ ਹੀ ਲੱਗ ਰਹੇ ਆ ਅਕਾਲੀਆਂ ਵੱਲੋਂ ਕਿ ਰਾਜਨੀਤੀ ਦੇ ਚੱਲਦਿਆਂ ਸਾਨੂੰ ਜਿਹੜਾ ਹੈਗਾ ਇੱਕ ਬਦਨਾਮ ਕੀਤਾ ਜਾ ਰਿਹਾ, ਸਾਡੇ ਤੇ ਕੇਸ ਬਣਾਏ ਜਾ ਰਹੇ ਹੈ। ਕਹਿੰਦੇ ਜਦੋਂ RS ਬੈਂਸ ਜਿਹੜਾ ਹੈਗਾ ਜਿਸ ਬੰਦੇ ਦਾ ਇੱਕ ਇਮੇਜ ਆ, ਉਹਦਾ ਇਮੇਜ ਉਹ ਹੈ ਕਿ ਉਹ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਹੈ। ਮੇਰੇ ਨਾਲੋਂ ਉਹ ਬੰਦੇ ਦੀ ਕਦਰ ਜਿਹੜੀ ਹੈ ਜੱਜ ਸਾਹਿਬਾਨ ਦੇ ਦਿਲਾਂ ਦੇ ਵਿੱਚ ਕਿਤੇ ਵੱਧ ਹੈ। ਇਸ ਕਰਕੇ ਮੈਂ ਰਿਫਿਊਜ਼ ਕੀਤਾ ਕਿ ਮੈਂ ਉੱਥੇ ਨਹੀਂ ਆਊਂਗਾ। ਹਾਂ, ਜੇ ਇਹ ਮਾਮਲਾ ਹਾਈ ਕੋਰਟ ਆ ਜੇ ਤਾਂ ਮੈਂ ਇੱਥੇ ਜ਼ਰੂਰ ਆ ਜਾਊਂ। ਲੇਕਿਨ ਕਮਰ ਵਿਜੇ ਪ੍ਰਤਾਪ ਹੋਣਾ ਦੀ ਗੱਲ ਹੋਰ ਬਹੁਤ ਵਧੀਆ ਹੈ। ਉਹਨਾਂ ਨੇ ਕਿਹਾ ਕਿ ਕਿਉਂਕਿ ਜਦੋਂ ਇਹ ਚਲਾਨ ਪੇਸ਼ ਕੀਤਾ ਗਿਆ, ਹੁਣ ਵਾਰ-ਵਾਰ ਇੱਕ ਗੱਲ ਆ ਰਹੀ ਹੈ ਕਿ ਜੀ 5 ਮੈਂਬਰੀ ਟੀਮ ਸੀ ਤੇ ਦਸਤਖਤ ਇਕੱਲੇ ਦੇ ਹੀ ਹੈ। ਆਪਾਂ ਕੀਤਾ ਖੈਰ ਪਹਿਲਾਂ ਵੀ ਕਲੈਰੀਫਾਈ ਕਰਤਾ ਸੀ ਇੱਕ ਵਾਰੀ, ਮੈਂ ਹੁਣ ਵੀ ਦੱਸਦਾ ਕਿ ਜਦੋਂ ਚਲਾਨ ਪੇਸ਼ ਕੀਤਾ ਜਾਂਦਾ ਉਹ ਇੱਕੋ ਅਧਿਕਾਰੀ ਵੱਲੋਂ ਪੇਸ਼ ਕੀਤਾ ਜਾਂਦਾ, ਉਹ 4-5 ਵੱਲੋਂ ਨਹੀਂ ਪੇਸ਼ ਕੀਤਾ ਜਾਂਦਾ, ਕਿਉਂਕਿ ਕੱਲ ਨੂੰ ਗਵਾਹੀ ਦੇਣੀ ਹੈ ਤੇ ਉਸੇ ਨੇ ਗਵਾਹੀ ਦੇਣੀ ਹੈ। ਬਿਲਕੁਲ ਜੀ। ਇਹਦੇ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਪਹਿਲਾ ਸਭ ਤੋਂ ਪਹਿਲੀ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਉਹਦਾ ਚਲਾਨ ਜਿਹੜਾ ਪੇਸ਼ ਕੀਤਾ ਸੀ ਉਹ ਮਿਸਟਰ ਸਤਿੰਦਰ ਸਿੰਘ ਨੇ ਕੀਤਾ ਸੀ। ਔਰ ਸਤਿੰਦਰ ਸਿੰਘ ਕਈ ਜ਼ਿਲ੍ਹਿਆਂ ਦੇ ਵਿੱਚ SSP ਰਹੇ, ਅੱਜ ਕੱਲ੍ਹ ਉਹ ਮੋਹਾਲੀ ਦੇ SSP ਹੈ। ਉੱਥੇ ਵੀ ਸਿਗਨੇਚਰ ਇਕੱਲੇ ਦੇ, ਮੇਰੇ ਵੀ ਇਕੱਲੇ ਦੇ ਸਿਗਨੇਚਰ ਹੈ। ਔਰ ਸਤਿੰਦਰ ਸਿੰਘ ਵਾਲੀ ਜਿਹੜੀ ਹੈਗੀ ਹੈ, ਜਿਹੜੀ ਚਾਰਜ ਸ਼ੀਟ ਦਾਇਰ ਕੀਤੀ ਹੈ, ਉਹਨੂੰ ਕਿਸੇ ਨੇ ਚੁਣੌਤੀ ਨਹੀਂ ਦਿੱਤੀ, ਲੇਕਿਨ ਮੇਰੇ ਵਾਲੀ ਨੂੰ ਚੁਣੌਤੀ ਦਿੱਤੀ। ਚੁਣੌਤੀ ਕਿੱਥੇ ਦਿੱਤੀ ਹੈ? ਚੁਣੌਤੀ ਦਿੱਤੀ ਹੈ ਹਾਈ ਕੋਰਟ 'ਚ। ਅੰਡਰ ਕਿਸ ਪ੍ਰੋਵੀਜ਼ਨ? ਅੰਡਰ ਸਿਵਲ ਪ੍ਰੋਵੀਜ਼ਨ। ਸਿਵਲ ਪ੍ਰੋਵੀਜ਼ਨ ਦੇ ਵਿੱਚ ਕੇਸ ਹੀ ਨਹੀਂ ਆਉਂਦਾ ਕਿਉਂਕਿ ਕ੍ਰਿਮੀਨਲ ਹੈ। ਉਹਨਾਂ ਨੇ ਕਿਹਾ ਕਿ ਅਸੀਂ ਥੱਲੇ ਚਲਾਨ ਪੇਸ਼ ਕੀਤੇ, ਚਲਾਨਾਂ ਦੇ ਉੱਤੇ ਆਰਡਰ ਲਿਖਿਆ ਹੋਇਆ ਜੱਜ ਸਾਹਿਬ ਨੇ ਕਿ ਚਲਾਨ ਦਰੁਸਤ ਪਾਏ ਗਏ, ਜਿਹੜੇ ਸਬ ਜੱਜ ਨੇ ਕੀਤਾ, ਔਰ ਜਿਹੜਾ ਦਰੁਸਤ ਪਾਏ ਗਏ ਇਲਾਕਾ ਮੈਜਿਸਟ੍ਰੇਟ ਨੇ ਲਿਖਿਆ। ਤੇ ਫਿਰ ਉਹ ਤੋਂ ਬਾਅਦ ਉਹ ਕੇਸ ਜਿਹੜਾ ਹੈਗਾ ਉਹਦੀ ਟ੍ਰਾਇਲ ਹੋਣੀ ਹੈ ਸੈਸ਼ਨ ਕੋਰਟ 'ਚ। ਸੈਸ਼ਨ ਕੋਰਟ ਦੇ ਵਿੱਚ ਉਹ ਗੱਲ ਗਈ, ਉੱਥੇ ਵੀ ਉਹਨਾਂ ਨੇ ਆਬਜੈਕਸ਼ਨ ਦਾਇਰ ਕੀਤੇ, ਜਿਹੜੇ ਆਬਜੈਕਸ਼ਨ ਹੁਣ ਹਾਈ ਕੋਰਟ 'ਚ ਕੀਤੇ, ਤੇ ਸੈਸ਼ਨ ਕੋਰਟ ਨੇ ਵੀ ਕਹਿਤਾ ਨਹੀਂ,
ਇਹ ਤੁਹਾਡੇ ਆਬਜੈਕਸ਼ਨ ਇੱਥੇ ਬਣਦੇ ਨਹੀਂ, ਫੇਸ ਦਾ ਟ੍ਰਾਇਲ ਜੀ। ਪਰ ਉਹ ਕਹਿੰਦੇ ਜਦੋਂ ਉੱਪਰ ਸਿਵਲ ਦੇ ਵਿੱਚ ਪਾਇਆ ਸੀ, ਮੈਂ ਵਾਰ-ਵਾਰ ਕਹਿੰਦਾ ਰਿਹਾ ਉਹਨਾਂ ਵਕੀਲਾਂ ਨੂੰ ਕਿ ਜੀ ਤੁਸੀਂ ਕਿਰਪਾ ਕਰਕੇ ਆਪ ਇਸ ਗੱਲ ਦੇ ਉੱਤੇ ਬਹਿਸ ਕਰੋ ਕਿ ਇਹ ਸਿਵਲ ਜਿਹੜੀ ਹੈਗੀ ਹੈ ਕੇਸ ਦਾਇਰ ਕੀਤਾ ਹੋਇਆ ਹੈ ਔਰ ਇਹ ਜੇ ਜਿਹੜਾ ਕ੍ਰਿਮੀਨਲ ਨਹੀਂ ਹੈ, ਜੇ ਇਹਨਾਂ ਨੂੰ ਕਿਸੇ ਕਿਸਮ ਦੀ ਹੈ ਤਾਂ ਸੈਸ਼ਨ ਕੋਰਟ ਦੀ ਜਿਹੜੀ ਹੈਗੀ ਹੈ ਫਾਈਂਡਿੰਗ ਕਿ ਇਹ ਚਲਾਨ ਦਰੁਸਤ ਹੈ, ਇਹ ਸਾਰਾ ਕੁਝ ਦਰੁਸਤ ਹੈ, ਜਿਹੜੇ ਉਹਨਾਂ ਨੇ ਉੱਥੇ ਉਹਨੂੰ ਰੱਦ ਕੀਤਾ ਉਹਨੂੰ ਉਹ ਚੈਲੰਜ ਕਰਨ ਦੀ ਅਪੀਲ ਕਰਨ, ਉਹਦੀ ਅਪੀਲ ਬਣਦੀ ਹੈ, ਨਾ ਕਿ ਇਹ ਉੱਥੇ ਉਹਨਾਂ ਨੇ ਕਿਹਾ ਕਿ ਜੀ ਮੇਰੀ ਗੱਲ ਨਹੀਂ ਸੁਣੀ ਔਰ ਮੈਂ ਆਪ ਵੀ ਡਿਮਾਂਡ ਕੀਤੀ ਸੀ ਕਿ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ, ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਇਹ ਉਹਨਾਂ ਦੀ ਗੱਲ ਦਰੁਸਤ ਹੈ। ਇਹਦੇ ਨਾਲ ਹੀ ਜਿਹੜੀ ਕਮਲ ਵਿਜੇ ਪ੍ਰਤਾਪ ਸਿੰਘ ਦੀ ਗੱਲਬਾਤ ਦੇ ਵਿੱਚੋਂ ਮੈਂ ਉਹਦੀ ਇੰਟਰਵਿਊ 'ਚ ਦੇਖਿਆ, ਉਹਦੇ 'ਚ ਇਹ ਗੱਲ ਰੱਖੀ ਹੈ ਕਿ ਕਮਲ ਵਿਜੇ ਪ੍ਰਤਾਪ ਸਿੰਘ ਨੇ ਹੁਣ ਗੱਲ ਕੀ ਕਿ HS ਫੂਲਕਾ ਦਾ ਮੈਂ ਬਿਆਨ ਅਖਬਾਰ ਦੇ ਵਿੱਚ ਪੜ੍ਹਿਆ ਸੀ। ਅੱਛਾ ਜੀ। ਤੇ ਅਖਬਾਰ ਦੇ ਵਿੱਚ ਮੈਂ ਵੀ ਬਿਆਨ ਪੜ੍ਹਿਆ ਕਮਲ ਵਿਜੇ ਪ੍ਰਤਾਪ ਸਿੰਘ ਦਾ। ਜਦੋਂ ਕਮਲ ਵਿਜੇ ਪ੍ਰਤਾਪ ਸਿੰਘ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਦਾ ਹੈ ਜੀ, ਬਾਹਰ ਆ ਕੇ ਉਹ ਕੀ ਕਹਿੰਦਾ ਹੈ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਕਿਹਾ ਕਿ ਤੇਰੀ ਸਾਨੂੰ ਲੋੜ ਹੈ ਤੇ ਮੈਂ ਤੈਨੂੰ ਅਸੀਂ ਨਹੀਂ ਛੱਡਾਂਗੇ ਇਹ ਗੱਲ ਕਹੀ ਹੈ। ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਛੱਡੋ, ਮੈਂ ਨੌਕਰੀ ਤੋਂ ਪਾਸੇ ਹੋ ਕੇ ਵੀ ਇਸ ਕੇਸ ਦੇ ਵਿੱਚ ਡਟ ਕੇ ਮਦਦ ਕਰੂੰਗਾ, ਜਦੋਂ ਵੀ ਮੈਨੂੰ ਬੁਲਾਓਗੇ ਮੈਂ ਤੁਹਾਡੀ ਮਦਦ ਕਰੂੰਗਾ, ਮੈਂ ਆਊਂਗਾ, ਮੈਂ ਵਕੀਲ ਹਾਂ। ਇਹ ਗੱਲ ਕਹੀ ਹੈ। ਕੱਲ ਜਦੋਂ ਉਹਨਾਂ ਨੂੰ ਪੁੱਛਿਆ ਕਿ SIT ਜਿਹੜੀ ਨਵੀਂ ਬਣੂ ਉਹਦੇ ਪ੍ਰਤੀ ਤੁਹਾਡਾ ਕੀ ਨਜ਼ਰੀਆ, ਕਹਿੰਦਾ ਮੈਂ ਨਹੀਂ ਕੋਆਪਰੇਟ ਕਰਦਾ, ਮੇਰਾ ਕੋਈ ਮਤਲਬ ਨਹੀਂ। ਫਿਰ ਉਹ ਗੱਲ ਕਹਿੰਦੇ ਕਿ ਕੇਸ ਖਤਮ ਹੋ ਗਿਆ, ਇਹ ਕੇਸ ਤਾਂ ਹੁਣ ਖੜਾ ਹੀ ਨਹੀਂ ਹੋ ਸਕਦਾ। ਜੇ ਕੇਸ ਖੜਾ ਨਹੀਂ ਹੋ ਸਕਦਾ ਤਾਂ ਮੈਂ ਕਮਲ ਵਿਜੇ ਪ੍ਰਤਾਪ ਸਿੰਘ ਦਾ ਇਹ ਵੀ ਬਿਆਨ ਪੜ੍ਹਿਆ ਹੋਇਆ ਕਿ ਮੈਂ ਇਸ ਕੇਸ ਨੂੰ ਸਿਰੇ ਤੇ ਲੈ ਕੇ ਜਾਊਂਗਾ ਤੇ ਮੈਂ ਇਹਦੀ ਲੜਾਈ ਲੜੂੰਗਾ। ਇਹਦਾ ਮਤਲਬ ਇਹ ਹੈ ਕਿ ਜਿਹੜਾ ਹੁਣ ਜਦੋਂ ਕਿਉਂਕਿ ਉਹਦੀ ਕਮਲ ਵਿਜੇ ਪ੍ਰਤਾਪ ਸਿੰਘ ਦਾ ਦੀ ਐਪਲੀਕੇਸ਼ਨ ਹੈ ਜਿਹੜੀ ਪ੍ਰੀ ਮੈਚੁਰ ਰਿਟਾਇਰਮੈਂਟ ਦੀ, ਉਹਨੂੰ ਸਟੇਟ ਗਵਰਨਮੈਂਟ ਨੇ ਪ੍ਰਵਾਨ ਕਰਕੇ ਸੈਂਟਰ ਕੋਲੇ ਭੇਜਤਾ। ਉਦੋਂ ਨੂੰ ਪਤਾ ਲੱਗ ਗਿਆ ਕਿ ਆਪਾਂ ਹੁਣ ਆਜ਼ਾਦ ਹਾਂ ਔਰ ਉਹਨੇ ਹੁਣ ਆਪਣਾ ਜਿਹੜਾ ਹੈਗਾ ਕਮਲ ਵਿਜੇ ਪ੍ਰਤਾਪ ਸਿੰਘ ਨੇ ਆਪਣਾ ਜਿਹੜੇ ਵਿਚਾਰਾਂ ਦਾ ਪ੍ਰਗਟਾਵਾ ਖੁੱਲੇ ਤੌਰ ਤੇ ਕਰਨਾ ਸ਼ੁਰੂ ਕਰ ਦਿੱਤਾ। ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਬਿਕਰਮ ਸਿੰਘ ਮਜੀਠੀਆ ਨੇ ਇਹ ਗੱਲ ਕਹਿੰਦਾ ਕਿ ਬਹੁਤ ਜਲਦੀ ਕਮਲ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਔਰ ਉਹਨੇ ਏਜੰਡਾ ਆਪਣਾ ਪੋਲੀਟੀਕਲ ਏਜੰਡਾ ਕਲੀਅਰ ਕਰਤਾ। ਉਹਦਾ ਪੋਲੀਟੀਕਲ ਏਜੰਡਾ ਇਹ ਹੈ ਕਿ ਪਹਿਲਾਂ ਉਹ ਕਹਿੰਦਾ ਮੈਂ ਮਦਦ ਕਰਨ ਨੂੰ ਤਿਆਰ ਹਾਂ, ਹੁਣ ਉਹ ਕਹਿੰਦਾ ਮੈਂ ਮਦਦ ਨਹੀਂ ਕਰੂੰਗਾ। ਫਿਰ ਉਹ ਕਹਿੰਦਾ ਮੈਂ ਵਕਾਲਤ ਕਰਨੀ ਇਸ ਵਾਸਤੇ, ਹੁਣ ਉਹ ਕਹਿੰਦਾ ਮੈਂ ਵਕਾਲਤ ਨਹੀਂ ਕਰਨੀ। ਔਰ ਇਹ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਉਹ ਗਵਰਨਰ ਪੰਜਾਬ ਨੂੰ ਵੀ ਮਿਲ ਕੇ ਆਉਂਦਾ। ਗਵਰਨਰ ਪੰਜਾਬ ਭਾਵੇਂ ਕੰਸਟੀਟਿਊਸ਼ਨਲ ਪੋਸਟ ਅਸਾਮੀ ਤੇ ਕੰਮ ਬੈਠੇ ਹੈ ਲੇਕਿਨ ਇਹ ਤਾਂ ਮੰਨਣਾ ਪੈਣਾ ਨਾ ਕਿ ਉਹਨਾਂ ਦਾ ਇਲਾਹਾਕ ਤਾਂ ਭਾਰਤੀ ਜਨਤਾ ਪਾਰਟੀ ਨਾਲ ਹੈ। ਫਿਰ ਉਹ ਸਪੀਕਰ ਵਿਧਾਨ ਸਭਾ ਨੂੰ ਮਿਲ ਕੇ ਵੀ ਆਉਂਦੇ ਹੈ। ਇਹਦੇ ਤੋਂ ਲੱਗਦਾ ਇਹ ਹੈ ਇਹ 2017 ਦੇ ਵਿੱਚ ਵੀ ਗੱਲ ਚੱਲੀ ਸੀ ਕਿ ਕਮਲ ਵਿਜੇ ਪ੍ਰਤਾਪ ਸਿੰਘ ਦੀ ਨੇੜਤਾ ਅਰਵਿੰਦ ਕੇਜਰੀਵਾਲ ਹੋਰਾਂ ਨਾਲ ਹੈ। ਤੇ ਮੇਰੇ ਖਿਆਲ ਮੁਤਾਬਕ ਇਹ ਵੀ ਕੋਈ ਅਤਕਥਨੀ ਨਹੀਂ ਹੋਊਗੀ ਜਿਵੇਂ ਕਿ ਕਿਹਾ ਜਾ ਰਿਹਾ ਕਿ ਐਤਕੀ ਚਿਹਰਾ ਮੁੱਖ ਮੰਤਰੀ ਦਾ ਅਸੀਂ ਦੇਵਾਂਗੇ ਤੇ ਪੰਜਾਬ 'ਚੋਂ ਵੀ ਦੇਵਾਂਗੇ। ਸ਼ਾਇਦ ਮੁੱਖ ਮੰਤਰੀ ਦਾ ਚਿਹਰਾ ਵੀ ਅਰਵਿੰਦ ਕੇਜਰੀਵਾਲ ਕਹਿ ਦੇ ਕਿ ਕਮਲ ਵਿਜੇ ਪ੍ਰਤਾਪ ਸਿੰਘ। ਪਰ ਵਿੱਚ ਇੱਕ ਚਰਚਾ ਇਹ ਵੀ ਹੈ ਵੀ ਜੇ ਬਦਨੌਰ ਨਾਲ ਮਿਲ ਕੇ ਆਇਆ ਤਾਂ BJP ਵੀ ਕੋਈ ਏਜੰਡਾ ਨਾ ਲਾਗੂ ਕਰਵਾ ਰਹੀ ਹੋਵੇ ਇਹਦੇ ਮਾਧਿਅਮ ਰਾਹੀਂ। ਨਹੀਂ ਉਹ ਕੀ ਕਰਵਾਉਣਗੇ ਕਿਉਂਕਿ BJP ਦੇ ਵਿੱਚ ਕਮਲ ਵਿਜੇ ਪ੍ਰਤਾਪ ਸਿੰਘ ਜਾਊਗਾ ਤਾਂ ਜਿਹੜੀ ਅੱਜ ਉਹਦੀ ਸਤਕਾਰ ਹੈ ਜਿੱਥੇ ਤੱਕ ਢਿੱਲਾ ਨਹੀਂ ਰਹਿਣੀ ਕੌਣ ਪੁੱਛੂਗਾ ਕਮਲ ਵਿਜੇ ਪ੍ਰਤਾਪ ਸਿੰਘ ਨੂੰ। BJP ਨੂੰ ਕਿਸਾਨੀ ਦੇ ਮੁੱਦੇ ਦੇ ਉੱਤੇ BJP ਦਾ ਜਿਸ ਤਰ੍ਹਾਂ ਦਾ ਨਜ਼ਰੀਆ ਪੰਜਾਬ ਪ੍ਰਤੀ ਜਿਹੜਾ ਉਹਨਾਂ ਦਾ ਵਤੀਰਾ ਹੈ ਉਹ ਇਹਨਾਂ ਨਕਾਰਾਤਮਕ ਹੈ, ਉਹਨੂੰ ਕਿਹਨੇ ਪੁੱਛਣਾ ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਜੁੜੇ ਹੋਏ ਹੋ। ਸੋ ਢਿੱਲੋਂ ਸਾਹਿਬ ਕਹਿੰਦੇ ਭਾਜਪਾ ਦੇ ਇੱਕ ਨੇਤਾ ਨੇ ਆਤਮ ਸਮਰਪਣ ਕਰ ਦਿੱਤਾ ਜੀ। ਇਹ ਕਿਹੜਾ ਆਤਮ ਸਮਰਪਣ ਹੈ, ਕਿਹੜਾ ਹੈ, ਕਿੱਥੇ? ਇਹ ਹਰਿਆਣੇ ਦਾ ਲੀਡਰ ਹੈ ਔਰ ਚੰਗਾ ਲੀਡਰ ਹੈ। ਇਹਦਾ ਨਾਮ ਪਵਨ ਬੈਨੀਪਾਲ ਹੈ ਜੀ। ਪਵਨ ਬੈਨੀਪਾਲ ਕਿਸੇ ਜ਼ਮਾਨੇ ਦੇ ਵਿੱਚ ਬਹੁਤ ਕਰੀਬ ਹੁੰਦਾ ਸੀਗਾ ਚੁਟਾਲਿਆਂ ਦੇ। ਹਾਂਜੀ ਬਿਲਕੁਲ। ਤੇ ਫਿਰ ਉਹਦੇ ਮਤਭੇਦ ਪੈਦਾ ਹੋ ਗਏ ਸੀ ਅਭੈ ਸਿੰਘ ਚੁਟਾਲੇ ਦੇ ਨਾਲ ਤੇ ਉਹ ਪਾਸੇ ਚਲਾ ਗਿਆ ਸੀ। ਉਹਨਾਂ ਦਾ ਜਿਹੜਾ ਪਰਿਵਾਰਕ ਪਿਛੋਕੜ ਹੈ ਉਹਦਾ ਸ਼ਾਇਦ ਦਾਦਾ ਵੀ ਇਲੈਕਸ਼ਨ ਲੜਿਆ ਸੀ ਔਰ ਇੰਡੀਪੈਂਡੈਂਟ ਇਲੈਕਸ਼ਨ ਲੜਿਆ ਸੀ ਚੌਧਰੀ ਦੇਵੀ ਲਾਲ ਦੀ ਹਮਾਇਤ ਦੇ ਨਾਲ ਜੀ। ਤੇ ਇੰਡੀਪੈਂਡੈਂਟ ਵਿਧਾਇਕਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਉਸੇ ਨੇ ਹੀ ਚੌਧਰੀ ਦੇਵੀ ਲਾਲ ਦੀ ਮਦਦ ਕੀਤੀ ਸੀ, ਉਹਨੂੰ ਮੁੱਖ ਮੰਤਰੀ ਬਣਾਉਣ ਤੱਕ ਉਹਨੇ ਯੋਗਦਾਨ ਪਾਇਆ ਸੀ। ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕਈ ਬੰਦੇ ਹੋਰ ਵੀ ਹੈਗੇ। ਆਪ ਵੀ ਇਹ 2 ਵਾਰੀ ਚੋਣ ਲੜ ਚੁੱਕਾ ਹੈ। ਮਨੋਹਰ ਲਾਲ ਖੱਟਰ ਦੀ ਜਿਹੜੀ ਪਹਿਲੀ ਸਰਕਾਰ ਹੈ, ਪਹਿਲੀ ਟਨਿਓਰ ਹੈ, ਉਸ ਟਨਿਓਰ ਦੇ ਵਿੱਚ ਸੀਟ ਕਾਰਪੋਰੇਸ਼ਨ ਆਫ ਹਰਿਆਣਾ ਦਾ ਚੇਅਰਮੈਨ ਵੀ ਰਿਹਾ ਜੀ। ਅਮਿਤ ਸ਼ਾਹ ਦੇ ਬਹੁਤ ਕਰੀਬ ਸੀ, ਹੋਰ ਵੱਡੇ ਲੀਡਰਾਂ ਦੇ ਬੜਾ ਕਰੀਬ ਸੀ। ਤੇ ਪੰਜਾਬ ਦੇ ਨਾਲ ਵੀ ਇਹਦਾ ਥੋੜਾ ਜਿਹਾ ਜਿਹੜਾ ਵਾਹ ਵਾਸਤਾ ਪੈਂਦਾ ਕਿਉਂਕਿ ਪ੍ਰਭਜਿੰਦਰ ਸਿੰਘ ਡਿੰਪੀ ਚੰਦ ਨਾਲੇ ਦੇ ਨਾਲ ਬਹੁਤ ਚੰਗੇ, ਉਹਦੇ ਨਾਲ ਦੇ ਬਹੁਤ ਤਾਲੁਕਾ ਚੰਗੇ ਸੀ ਤੇ ਇਹਦੇ ਨਾਨਕੇ ਵੀ ਪੰਜਾਬ 'ਚ ਹੀ ਦੱਸੇ ਜਾਂਦੇ। ਡਿੰਪੀ ਜਿਹੜਾ ਜਾ ਕੇ ਰਹਿੰਦਾ ਵੀ ਇਹਦੇ ਕੋਲੇ ਹੁੰਦਾ ਸੀ। ਸੋ ਉਹ ਲੰਬੇ ਸਮੇਂ ਤੋਂ ਬੇਚੈਨ ਸੀਗਾ। 5 ਮਹੀਨੇ ਤੱਕ ਘੱਟੋ ਘੱਟ ਸਾਡੇ ਕਿਸਾਨਾਂ ਨੂੰ ਦਿੱਲੀ ਬੈਠਿਆਂ ਨੂੰ ਹੋ ਗਏ ਔਰ ਜਿਸ ਕਿਸਮ ਦੀ ਕਿਸਾਨ ਮੂਵਮੈਂਟ ਉੱਥੇ ਖੜੀ ਹੋਈ ਹੈ ਹਰਿਆਣੇ ਦੇ ਵਿੱਚ
ਉਹਨੇ ਨੱਕ 'ਚ ਦਮ ਕੀਤਾ ਹੋਇਆ ਇੱਕ ਜਿਹੜਾ ਹੈਗਾ ਸਿਆਸਤਦਾਨਾਂ ਦਾ। ਕੱਲ ਫਿਰ ਉਹ ਪਹੁੰਚ ਗਿਆ ਜੀ ਕਿਸਾਨਾਂ ਦੇ ਇਕੱਠ ਸਿਰਸੇ ਜੀ, ਔਰ ਸਿਰਸੇ ਜਾ ਕੇ ਉਹਨੇ ਕਹਿਤਾ ਵੀ ਭਰਾਵੋ ਗੱਲ ਹੈ, ਮੈਂ ਕਿਸਾਨੀ ਦੇ ਨਾਲ ਖੜਾ, ਮੈਂ ਕਿਸਾਨ ਹਾਂ ਔਰ ਮੈਂ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਛੱਡ। ਹਾਂਜੀ, ਮੈਂ ਭਾਰਤੀ ਜਨਤਾ ਪਾਰਟੀ ਨੂੰ ਛੱਡ ਗਿਆ ਤੇ ਮੈਂ ਤੁਹਾਡੇ ਕੋਲੇ ਆਪਣਾ ਆਤਮ ਸਮਰਪਣ ਕਰ ਦਿੱਤਾ ਕਿ ਮੈਂ ਅੱਜ ਤੋਂ ਬਾਅਦ ਤੁਹਾਡੇ ਲਈ ਖੜਾ ਹੋਊਂਗਾ। ਮੀਡੀਆ ਵਾਲਿਆਂ ਨੇ ਇਕੱਲੀ ਚੀਜ਼ ਦੇ ਉੱਤੇ ਉਹਨੂੰ ਸਵਾਲ ਪੁੱਛੇ ਜੀ। ਉਹਨੂੰ ਪੁੱਛਿਆ ਕਿ ਜੀ ਜਿਹੜਾ ਹੈਗਾ ਅਸਤੀਫਾ ਤਾਂ ਅਭੈ ਸਿੰਘ ਚੌਟਾਲਾ ਨੇ ਵੀ ਦੇ ਦਿੱਤਾ ਜੀ। ਉਹਨੇ ਕਿਹਾ ਵੀ ਇਹ ਅਭੈ ਸਿੰਘ ਚੌਟਾਲਾ ਦੀ ਰਾਜਨੀਤੀ ਹੈ। ਉਹਨੇ ਰਾਜਨੀਤੀ ਦੇ ਚੱਲਦਿਆਂ ਅਸਤੀਫਾ ਦਿੱਤਾ, ਉਹਨੂੰ ਕਿਸਾਨੀ ਦੇ ਨਾਲ ਕੋਈ ਮੋਹ ਨਹੀਂ। ਨਾਲ ਫਿਰ ਉਹਨੂੰ ਪੁੱਛਿਆ ਕਿ ਕੀ ਤੂੰ ਕੋਈ ਹੋਰ ਪੋਲੀਟੀਕਲ ਪਾਰਟੀ ਜੁਆਇਨ ਕਰੇਗਾ ਜੀ। ਉਹ ਕਹਿੰਦਾ ਵੀ ਇਹ ਤਾਂ ਕੁਦਰਤੀ ਹੈ ਕਿ ਜਦੋਂ ਇੱਕ ਬੰਦਾ ਰਾਜਨੀਤੀ ਦੇ ਵਿੱਚ ਹੈ ਉਹ ਇੱਕ ਪਾਰਟੀ ਨੂੰ ਛੱਡਦਾ ਤੇ ਕਿਸੇ ਹੋਰ ਪਾਰਟੀ ਦੇ ਵਿੱਚ ਜਾਊਗਾ। ਹਾਂਜੀ, ਬੜੀ ਉਹਨੇ ਬੇਬਾਕੀ ਦੇ ਨਾਲ ਗੱਲ ਕੀਤੀ। ਉਹ ਕਹਿੰਦਾ ਮੈਂ ਵੀ ਕਿਉਂ ਨਹੀਂ ਜਾ ਸਕਦਾ, ਮੈਂ ਜਾ ਸਕਦਾ। ਉਹਨਾਂ ਨੇ ਕਿਹਾ ਜੀ ਕਿਹੜੀ ਪਾਰਟੀ ਜਾਏਗਾ, ਕਾਂਗਰਸ ਜਾਏਗਾ, ਕੀ ਜਾਏਗਾ? ਉਹ ਕਹਿੰਦਾ ਵੀ ਅੱਜ ਜਿਹੜਾ ਹੈਗਾ ਮੈਂ ਕਿਸਾਨੀ ਨਾਲ ਖੜਾ। ਇਹ ਪਲੇਟਫਾਰਮ ਕਿਸਾਨਾਂ ਦਾ ਤੇ ਇਸ ਪਲੇਟਫਾਰਮ ਦੇ ਉੱਤੇ ਮੈਂ ਹੋਰ ਕੁਝ ਨਹੀਂ ਬੋਲੂੰਗਾ ਸਿਵਾਏ ਇਸ ਦੇ ਮੈਂ ਕਿਸਾਨਾਂ ਦੇ ਹੱਕ ਵਿੱਚ ਖੜੂੰਗਾ। ਇਹ ਤੋਂ ਪਹਿਲਾਂ ਵੀ ਆਪਾਂ ਦੇਖੀਏ ਤਾਂ ਜਿਹੜੀ ਜਨਹਿਤ ਤੁਹਾਡੀ ਜਨਹਿਤ ਨਹੀਂ ਜਨ ਨਾਇਕ JJP ਹੈ, ਦੁਸ਼ਯੰਤ ਸਿੰਘ ਚੌਟਾਲਾ ਦੀ, ਉਹਨਾਂ ਦੇ 1-2 ਵਿਧਾਇਕਾਂ ਨੇ ਵੀ ਇਹਦਾ ਵਿਰੋਧ ਕੀਤਾ ਸੀ ਕਿ ਇਹ ਸਾਨੂੰ ਜਿਹੜੀ ਹੈਗੀ ਹੈ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ। 1-2 ਵਿਧਾਇਕ ਉਹ ਵੀ ਸੀ ਜਿਹੜੇ ਇੰਡੀਪੈਂਡੈਂਟ ਸੀ, ਉਹ ਵੀ ਵਿਰੋਧ ਦੇ ਵਿੱਚ ਖੜ ਗਏ ਜੀ। ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਵੀ ਕਈ ਲੋਕ ਹੈਗੇ ਹੈ ਜਿਨ੍ਹਾਂ ਦੀਆਂ ਹਮਦਰਦੀਆਂ ਕਿਸਾਨਾਂ ਦੇ ਨਾਲ ਹੈ ਜੀ, ਲੇਕਿਨ ਦਲ ਬਦਲੀ ਵਿਰੋਧੀ ਕਾਨੂੰਨ ਹੈ ਜਿਹੜਾ ਉਹ ਉਹਨਾਂ ਨੂੰ ਹੱਲਣ ਨਹੀਂ ਦਿੰਦਾ। ਉਹ ਉਹਨਾਂ ਨੂੰ ਬੋਲਣ ਨਹੀਂ ਦਿੰਦਾ ਕਿਉਂਕਿ ਉਹਨਾਂ ਨੂੰ ਨਾਲ ਦੀ ਨਾਲ ਝਟਕਾ ਦੇਣਾ ਤੇ ਉਹਨਾਂ ਦੀ ਮੈਮਰੀ ਖਤਮ ਹੋ ਜਾਣੀ ਜੀ। ਵੈਸੇ ਬਿਹਤਰ ਇਹ ਹੋ ਕਿ ਜਿਵੇਂ ਪਵਨ ਬੈਨੀਪਾਲ ਨੇ ਹੌਸਲਾ ਕੀਤਾ ਹੈ, ਜੇ ਉਹ ਹੌਸਲਾ ਕਰ ਲੈਣ ਤੇ ਨਾ ਰਹੂਗਾ ਬਾਂਸ ਤੇ ਨਾ ਵੱਜੂਗੀ ਬੰਸਰੀ, ਨਾ ਇਸ ਅਸੈਂਬਲੀ ਨੇ ਰਹਿਣੇ ਜੀ। ਚੋਣਾਂ ਨਵੀਆਂ ਹੋਣਗੀਆਂ ਤੇ ਜਿਹੜੇ ਬੰਦੇ ਛੱਡ ਕੇ ਭਾਰਤੀ ਜਨਤਾ ਪਾਰਟੀ ਨੂੰ ਜਾਂ JJP ਨੂੰ ਕਿਸਾਨਾਂ ਦੇ ਨਾਲ ਖੜਨਗੇ ਤੇ ਉਹਨਾਂ ਦੀ ਜਿੱਤ ਵੀ ਯਕੀਨੀ ਹੋਊਗੀ ਕਿਉਂਕਿ ਕਿਸਾਨ ਇੰਡੀਪੈਂਡੈਂਟ ਜਿਤਾਉਣ ਦੀ ਸਮਰੱਥਾ ਵੀ ਰੱਖਦੇ ਨੇ। ਕਿਸਾਨ ਅੰਦੋਲਨ ਭਾਵੇਂ ਪੰਜਾਬ ਦੇ ਵਿੱਚ ਵੀ ਆਪਾਂ ਕਹਿ ਸਕਦੇ ਸਿਖਰ ਦੇ ਉੱਤੇ ਹੈ, ਲੇਕਿਨ ਜਿੱਡਾ ਪ੍ਰਚੰਡ ਰੂਪ ਨੇ ਹਰਿਆਣੇ ਚ ਕੀਤਾ। ਹਰਿਆਣੇ ਤਾਂ ਪੋਲੀਟੀਕਲੀ ਵੀ ਓਪਨਲੀ ਕਰਦੇ ਨੇ ਨਾ ਉੱਥੇ। ਹਾਂਜੀ, ਆਪਣੇ ਵਾਂਗੂ ਨਹੀਂ ਹੈ ਨਾ ਇੰਨਾ ਜ਼ਿਆਦਾ। ਹਾਂਜੀ, ਉਹ ਓਪਨਲੀ ਉਹਦੇ ਚ ਹੈ। ਤੇ ਸੋ ਪਵਨ ਬੈਨੀਪਾਲ ਦਾ ਭਾਰਤੀ ਜਨਤਾ ਪਾਰਟੀ ਨੂੰ ਇੱਕ ਵੱਡਾ ਝਟਕਾ ਹੈ, ਖਾਸ ਕਰਕੇ ਇਸ ਖਿੱਤੇ ਦੇ ਵਿੱਚ। ਐਲਾਹਾਬਾਦ ਤੋਂ ਨੂੰ ਬਿਲੋਂਗ ਕਰਦੇ ਹੋ, ਐਲਾਹਾਬਾਦ ਤੋਂ ਇਲੈਕਸ਼ਨ ਲੜੀ ਹੈ ਉਹਨਾਂ ਨੇ 2 ਵਾਰੀ, ਭਾਵੇਂ ਦੋਨੇ ਵਾਰੀ ਲੂਜ਼ ਕਰ ਗਿਆ ਸੀ, ਪਰ ਉਹਨਾਂ ਦੇ ਪਰਿਵਾਰਕ ਬੇਸ ਜਿਹੜਾ ਹੈਗਾ ਉਹ ਐਲਾਹਾਬਾਦ ਚ ਹੀ ਹੈ ਜੀ। ਹਾਂਜੀ, ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਅੱਗੇ ਗੱਲਬਾਤ ਕਰਨ ਦੇ ਲਈ ਆਪਾਂ ਗੱਲ ਕਰਦੇ। ਢਿੱਲੋਂ ਸਾਹਿਬ, ਲਾਕਡਾਊਨ ਲੱਗਦਾ, ਹੁਕਮ ਸਰਕਾਰ ਕਰਦੀ ਹੈ, ਰੋਕ ਅਦਾਲਤਾਂ ਲਾਉਂਦੀਆਂ ਨੇ। ਨਹੀਂ ਜੀ, ਇਹ ਲਾਕਡਾਊਨ ਜਿਹੜਾ ਲੱਗਿਆ ਸੀ ਇਹ ਸਰਕਾਰ ਨੇ ਹੁਕਮ ਨਹੀਂ ਕੀਤਾ ਸੀ, ਯੂਪੀ ਦੀ ਗੱਲ ਹੈ। ਅੱਛਾ ਜੀ। ਯੂਪੀ ਦੇ ਵਿੱਚ ਜਿਹੜਾ ਲਾਕਡਾਊਨ ਹੈ ਉਹ ਲਾਕਡਾਊਨ ਇਲਾਹਾਬਾਦ ਹਾਈ ਕੋਰਟ ਨੇ ਲਾਗੂ ਕੀਤਾ ਸੀ ਕਿਉਂਕਿ ਯੂਪੀ ਦੀ ਹਾਲਤ ਬਹੁਤ ਮਾੜੀ ਹੈ ਜੀ। ਵੈਸੇ ਜੇ ਆਪਾਂ ਦੇਖੀਏ ਤਾਂ ਹਾਲਤ ਸਾਰੇ ਭਾਰਤ ਦੀ ਹੀ ਮਾੜੀ ਹੈ। ਅੱਜ ਦੀਆਂ ਅਖਬਾਰਾਂ ਦੇ ਉੱਤੇ ਆਪਾਂ ਨਿਗਾਹ ਮਾਰੀਏ ਤਾਂ ਇੱਕ ਦਿਨ ਦੇ ਵਿੱਚ 2.59 ਲੱਖ ਤੋਂ ਵੱਧ ਮਾਮਲੇ ਆ ਚੁੱਕੇ ਹੈ ਜੀ। 1761 ਲੋਕਾਂ ਦੀ ਮੌਤ ਹੋ ਚੁੱਕੀ ਹੈ। 77% ਤੋਂ ਵੱਧ ਕੇਸ ਜਿਹੜੇ ਉਹ 10 ਸੂਬਿਆਂ ਚੋਂ ਆਏ ਹੈ ਜੀ। ਪੰਜਾਬ ਦੇ ਵਿੱਚ ਕਰੋਨਾ ਦੇ ਕਾਰਨ 61 ਮੌਤਾਂ ਹੋਰ ਹੋ ਗਈਆਂ। ਝਾਰਖੰਡ 'ਚ ਕੱਲ ਤੋਂ ਮਤਲਬ ਜਿਹੜਾ ਹੈਗਾ ਹਫ਼ਤੇ ਭਰ ਲਈ ਲਾਕਡਾਊਨ ਲਾ ਦਿੱਤਾ ਗਿਆ। ਆਪਣੇ ਵੀ ਜਿਹੜਾ ਹੈਗਾ ਸੰਡੇ ਨੂੰ ਉਹ ਵੀ ਲਾਕਡਾਊਨ ਲਾ ਦਿੱਤਾ ਹੈਗਾ ਪੂਰੀ ਤਰ੍ਹਾਂ ਲੱਗ ਗਿਆ। ਇਵੇਂ ਜਿਵੇਂ ਜੇ ਆਪਾਂ ਦੇਖੀਏ ਤਾਂ ਦਿੱਲੀ ਦੇ ਵਿੱਚ ਵੀ ਲਾਕਡਾਊਨ ਲੱਗਿਆ ਹੋਇਆ ਜੀ। ਦਿੱਲੀ ਦੇ ਵਿੱਚ ਲਾਕਡਾਊਨ ਜਿਹੜਾ ਹੈਗਾ ਉਹ 26 ਅਪ੍ਰੈਲ ਤੱਕ ਹੈ ਔਰ ਇਹਦਾ ਨਤੀਜਾ ਇਹ ਹੋਇਆ ਕਿ ਦਿੱਲੀ ਦੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉਹ ਵੀ ਪ੍ਰਭਾਵਿਤ ਹੋ ਸਕਦੀਆਂ, ਪਰ ਨਹੀਂ ਹੋ ਗਈਆਂ ਜੀ ਪ੍ਰਭਾਵਿਤ। ਉਹਦੇ ਵਿੱਚ ਚਿੱਠੀ ਲਿਖ ਦਿੱਤੀ ਹੈ ਅਰਵਿੰਦ ਕੇਜਰੀਵਾਲ ਨੇ ਆਪਣੇ ਨੂੰ ਲੈਫਟੀਨੈਂਟ ਗਵਰਨਰ LG ਨੂੰ ਚਿੱਠੀ ਲਿਖ ਦਿੱਤੀ ਹੈ ਜੀ ਕਿ ਕਿਉਂਕਿ ਕੋਰੋਨਾ ਦੀ ਵਜ੍ਹਾ ਦੇ ਚੱਲਦਿਆਂ ਇਹ ਕਰਾਉਣੀਆਂ ਸੰਭਵ ਨਹੀਂ, ਮੁਲਤਵੀ ਕੀਤੀਆਂ ਜਾਣ ਜੀ। ਔਰ ਉਹ ਮੇਰਾ ਖਿਆਲ ਹੈ ਵੀ ਅੱਜ ਜਾਂ ਕੱਲ੍ਹ ਤੱਕ ਉਹ ਹੁਕਮ ਕਰ ਦੇਣਗੇ ਕਿਉਂਕਿ 26 ਤੱਕ ਲਾਕਡਾਊਨ ਹੈ ਤੇ 25 ਨੂੰ ਚੋਣਾਂ ਹੋਣੀਆਂ ਸੀ। ਅਗਲੇ ਦਿਨਾਂ ਲਈ ਕੁਛ ਲਈ ਮੁਲਤਵੀ ਕੀਤਾ ਜਾ ਸਕਦਾ। ਉੱਥੇ ਲੱਗਿਆ ਜੀ 15 ਦਿਨਾਂ ਦਾ ਜਿਹੜਾ ਹੈਗਾ ਲਾਕਡਾਊਨ ਉਹ ਲੱਗ ਗਿਆ ਆਪਣਾ ਰਾਜਸਥਾਨ ਜੀ ਜੀ। ਪੰਜਾਬ ਦੇ ਵਿੱਚ ਭਾਵੇਂ ਲਾਕਡਾਊਨ ਨਹੀਂ ਲੱਗਿਆ ਲੇਕਿਨ ਇੱਥੇ ਜਿਹੜਾ ਹੈਗਾ ਕਰਫਿਊ ਦੀ ਮਿਆਦ ਹੈ ਉਹ ਵਧਾ ਦਿੱਤੀ ਹੈ। ਉਹ 9 ਤੋਂ ਘਟਾ ਕੇ 8 ਤੇ ਕਰਤੀ ਸਵੇਰ ਦੇ 5 ਵਜੇ ਤੱਕ। ਸੋ ਇਹ ਜੋ ਜਿਸ ਕਿਸਮ ਦਾ ਮੰਜ਼ਰ ਇੱਥੇ ਬਣਿਆ ਹੋਇਆ, ਯੂਪੀ ਦੀ ਹਾਲਤ ਬਹੁਤ ਹੀ ਮਾੜੀ ਹੈ ਜੀ। ਯੂਪੀ ਦੇ ਵਿੱਚ ਬੜੀ ਭਿਆਨਕ ਸਥਿਤੀ ਹੈ ਤੇ ਉੱਥੇ ਜਿਹੜੀ ਸਰਕਾਰ ਨੇ ਜਦੋਂ ਕੋਈ ਕਾਰਵਾਈ ਨਾ ਕੀਤੀ, ਸਰਕਾਰ ਨੇ ਓਪਨ ਕਹਿ ਦਿੱਤਾ ਸੀ ਕਿ ਅਸੀਂ ਇੱਥੇ ਕਿਸੇ ਕਿਸਮ ਦਾ ਲਾਕਡਾਊਨ ਨਹੀਂ ਲਾਵਾਂਗੇ, ਤਾਂ ਫਿਰ ਯੂਪੀ ਦੀ ਜਿਹੜੀ ਆਪਣੇ ਇਲਾਹਾਬਾਦ ਹਾਈ ਕੋਰਟ ਹੈ ਉਹਨਾਂ ਨੇ 5 ਸ਼ਹਿਰਾਂ ਦੇ ਵਿੱਚ ਜਿਹੜਾ ਲਾਕਡਾਊਨ ਲਾਤਾ। 5 ਸ਼ਹਿਰਾਂ ਦੇ ਵਿੱਚ ਲਖਨਊ ਆਉਂਦਾ ਹੈ, ਪ੍ਰਯਾਗਰਾਜ ਆਉਂਦਾ ਹੈ ਔਰ ਪ੍ਰਯਾਗਰਾਜ, ਗੋਰਖਪੁਰ,
ਵਾਰਾਣਸੀ ਜੀ 5 ਮਤਲਬ ਵੱਡੇ ਸ਼ਹਿਰ ਹੈ ਜਿਹੜੇ 5 ਵੱਡੇ ਸ਼ਹਿਰਾਂ ਦੇ ਵਿੱਚ ਲਾਕਡਾਊਨ ਲਾਤਾ ਸੀ। ਵੱਡੀ ਗੱਲ ਇਹ ਹੈ ਕਿ ਜਦੋਂ ਲਾਕਡਾਊਨ ਲਾਤਾ ਅਦਾਲਤ ਦਾ ਹੁਕਮ ਮੰਨਣ ਦੀ ਬਜਾਏ ਯੂਪੀ ਦੀ ਸਰਕਾਰ ਸਿੱਧੀ ਸੁਪਰੀਮ ਕੋਰਟ ਅੱਛਾ ਸੁਪਰੀਮ ਕੋਰਟ ਚਲੀ ਗਈ। ਅੱਛਾ ਉਹ ਕਹਿੰਦੇ ਜੀ ਸਾਨੂੰ ਲਾਕਡਾਊਨ ਮਨਜ਼ੂਰ ਨਹੀਂ। ਔਰ ਉੱਥੇ ਯੂਪੀ ਦਾ ਕੇਸ ਜਿਹੜਾ ਹੈਗਾ ਪਲੀਡ ਕਿਹਨੇ ਕੀਤਾ ਜੀ? ਤੁਸ਼ਾਰ ਮਹਿਤਾ, ਅੱਛਾ ਜੀ, ਜਿਹੜੇ ਵੱਡੇ ਵਕੀਲ ਨੇ ਭਾਰਤ ਸਰਕਾਰ ਦੇ ਸੋਲਿਸਿਟਰ ਜਨਰਲ ਹੈ। ਉਹਨਾਂ ਨੇ ਆ ਕੇ ਕਿਹਾ ਜੀ ਨਹੀਂ ਇਹ ਤਾਂ ਨਹੀਂ ਹੋਣਾ ਚਾਹੀਦਾ। ਔਰ ਜਸਟਿਸ ਬੋਬੜੇ ਸਾਹਿਬ ਦੇ ਉਹ ਕੇਸ ਲੱਗਿਆ ਹੋਇਆ ਸੀ ਉਹਨਾਂ ਦੇ ਬੈਂਚ ਦੇ ਜੀ, ਤੇ ਬੋਬੜੇ ਸਾਹਿਬ ਨੇ ਜੀ ਨਾਲ ਦੀ ਨਾਲ ਹੀ ਸਟੇ ਕਰਤਾ। ਅੱਛਾ ਸਟੇ ਕਰਕੇ ਤੇ ਇਹ ਕਹਿ ਦਿੱਤਾ ਕਿ ਕਰੋਨਾ ਦੀ ਜਿਹੜੀ ਸਥਿਤੀ ਕੀ ਹੈ ਯੂਪੀ ਦੀ ਇਹ ਅਗਲੇ ਦਿਨਾਂ ਦੇ ਵਿੱਚ 15 ਦਿਨਾਂ ਤੱਕ ਤੁਸੀਂ ਕਹਿੰਦੇ ਆਪਣੀ ਰਿਪੋਰਟ ਪੇਸ਼ ਕਰੋਗੇ ਜੀ, ਤੇ 15 ਦਿਨਾਂ ਤੱਕ ਤਾਂ ਬਹੁਤ ਕੁਝ ਹੋ ਜਾਣਾ ਹੈ। ਪਰ ਬਾਅਦ ਦੇ ਵਿੱਚ ਯੂਪੀ ਸਰਕਾਰ ਨੇ ਕਹਿਤਾ ਕਿ ਅਸੀਂ ਲਾਕਡਾਊਨ ਦੀ ਬਜਾਏ ਕੰਟੇਨਮੈਂਟ ਜ਼ੋਨ ਹੈ ਜਿਹੜੇ ਉਹਦੇ ਤੇ ਅਸੀਂ ਕੰਮ ਕਰਾਂਗੇ। ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਅਦਾਲਤ ਦਾ ਹੁਕਮ ਆ ਗਿਆ ਜੀ, ਅਦਾਲਤ ਦਾ ਹੁਕਮ ਆਉਣ ਤੋਂ ਬਾਅਦ ਇਹ ਭੱਜੇ ਕਿਉਂ ਹੈ? ਇਹਦਾ ਵੱਡਾ ਕਾਰਨ ਇਹ ਹੈ ਕਿ ਅਗਲੇ ਸਾਲ ਪੰਜਾਬ ਦੇ ਨਾਲ ਹੀ ਉੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਜੀ। ਹੁਣ ਇਸ ਵੇਲੇ ਉੱਥੇ ਜਿਹੜੀਆਂ ਹੈਗੀਆਂ ਪੰਚਾਇਤੀ ਚੋਣਾਂ ਹੋ ਰਹੀਆਂ ਤੇ ਮੇਰਾ ਖਿਆਲ ਹੈ ਸ਼ਾਇਦ ਉਹਨਾਂ ਨੂੰ ਵੀ ਮੁਲਤਵੀ ਕਰ ਦੇਣ। ਉਹ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੇ ਰਿਜ਼ਲਟ ਹੈ ਉਹ ਵੀ ਮਈ ਦੇ ਮਹੀਨੇ 'ਚ ਹੀ ਆਉਣੇ। 2 ਮਈ ਨੂੰ 5 ਰਾਜਾਂ ਦੀਆਂ ਜਿਹੜੀਆਂ ਚੋਣਾਂ 3-4 'ਚ ਤਾਂ ਹੋ ਹੀ ਗਈਆਂ। ਇੱਕ ਬੰਗਾਲ ਰਹਿ ਗਿਆ ਤੇ ਬੰਗਾਲ ਦੇ ਵਿੱਚ ਜਿਹੜਾ ਹੈਗਾ 3 ਪੜਾਅ ਰਹਿੰਦੇ ਜੀ। ਬੀਬੀ ਮਮਤਾ ਬੈਨਰਜੀ ਨੇ ਤਾਂ ਇਹ ਗੱਲ ਕਹੀ ਹੈ, ਬੇਨਤੀ ਕੀਤੀ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਪ੍ਰਧਾਨ ਮੰਤਰੀ ਜੀ ਚੋਣ ਕਮਿਸ਼ਨ ਜੀ ਦੋਨਾਂ ਨੂੰ ਗੱਲ ਕਹੀ ਹੈ ਆਪਾਂ ਕਿਉਂ ਇਹਨਾਂ ਪੰਗਿਆਂ ਦੇ ਵਿੱਚ ਪੈਨੇ ਆ, ਆਪਾਂ ਛੇਤੀ ਕਰਕੇ ਇਹ ਜਿਹੜੀ ਹੈਗੀ ਹੈ ਇੱਕੇ ਪੜਾਅ ਦੇ ਵਿੱਚ ਹੀ ਕਰਵਾ ਲਈਆਂ ਜਾਣ ਸਾਰੀਆਂ ਚੋਣਾਂ ਜੀ। ਕਿਉਂਕਿ ਇਹ ਤੁਸੀਂ ਦੇਖੋ ਕਿ ਪਹਿਲਾਂ ਯੂਪੀ ਦੇ ਵਿੱਚ ਆਪਣਾ ਬੰਗਾਲ ਦੇ ਵਿੱਚ ਕਿਹੜੀਆਂ ਰੈਲੀਆਂ ਕਰਦੇ ਰਹੇ। ਸਭ ਤੋਂ ਪਹਿਲੀ ਪਹਿਲ ਕਦਮੀ ਮਮਤਾ ਬੈਨਰਜੀ ਨੇ ਕੀਤੀ। ਮਮਤਾ ਬੈਨਰਜੀ ਨੇ ਕਹਿ ਦਿੱਤਾ ਜੀ ਮੈਂ ਕਲਕੱਤੇ ਦੇ ਵਿੱਚ ਵੱਡੀਆਂ ਰੈਲੀਆਂ ਹੀ ਨਹੀਂ ਕਰੂੰਗੀ ਜੀ। ਬਾਹਰ ਜਿੱਥੇ ਮੈਂ ਰੈਲੀਆਂ ਕਰੂੰ ਮੈਂ ਬਹੁਤ ਛੋਟੀਆਂ ਰੈਲੀਆਂ ਕਰੂੰ, ਨੁੱਕੜ ਮੀਟਿੰਗ ਟਾਈਮ ਕਰੂੰ। ਉਹਨੇ ਪਹਿਲ ਕਦਮੀ ਕੀਤੀ ਜੀ। ਉਹਦਾ ਅਨੁਸਰਨ ਕੀਤਾ ਰਾਹੁਲ ਗਾਂਧੀ ਨੇ। ਰਾਹੁਲ ਗਾਂਧੀ ਨੇ ਵੀ ਕਹਿਤਾ ਜੀ ਮੈਂ ਬਿਲਕੁਲ ਹੀ ਨਹੀਂ ਰੈਲੀਆਂ ਕਰੂੰਗਾ। ਕਾਂਗਰਸ ਪਾਰਟੀ ਆਪਣੀਆਂ ਰੈਲੀਆਂ ਬੰਦ ਕਰਦੀ ਹੈ। ਭਾਰਤੀ ਜਨਤਾ ਪਾਰਟੀ ਜਿਹੜੇ ਮਤਲਬ ਵੀ ਅਮਿਤ ਸ਼ਾਹ ਹੋਵੇ, ਪ੍ਰਧਾਨ ਮੰਤਰੀ ਹੋਵੇ ਜੀ ਜਾਂ ਨੱਡਾ ਸਾਹਿਬ ਹੋਣ, ਉਹ ਵੱਡੀਆਂ ਰੈਲੀਆਂ ਕਰਦੇ ਸੀ ਜੀ। ਹੁਣ ਉਹਨਾਂ ਨੇ ਵੀ ਕਹਿਤਾ ਕਿ ਸਾਡੀਆਂ ਰੈਲੀਆਂ ਦੀ ਜਿਹੜੀ ਹੈ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਦੀ ਗਿਣਤੀ ਵੀ 500 ਤੋਂ ਵੱਧ ਨਹੀਂ ਹੋਊ। ਜੇ ਇਹ ਕੁਛ ਕੀਤਾ ਜਾ ਰਿਹਾ ਹੈ ਤਾਂ ਫਿਰ ਇੱਕ ਪੜਾਅ ਦੇ ਵਿੱਚ ਚੋਣਾਂ ਵੀ ਕਰਵਾ ਦੇਣੀਆਂ ਚਾਹੀਦੀਆਂ ਸੀ। ਬਿਲਕੁਲ, ਪਰ ਉਹ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ। ਭਾਰਤੀ ਜਨਤਾ ਪਾਰਟੀ ਨੂੰ ਖਦਸ਼ਾ ਇਹ ਹੈ ਕਿ ਜੇ ਲਾਕਡਾਊਨ ਲੱਗ ਗਿਆ ਇਹਦੇ ਨਾਲ ਆਰਥਿਕਤਾ ਪ੍ਰਭਾਵਿਤ ਹੋਣੀ ਹੈ ਤੇ ਜੇ ਆਰਥਿਕਤਾ ਪ੍ਰਭਾਵਿਤ ਹੋਣੀ ਤਾਂ ਫਿਰ ਲੋਕਾਂ ਨੇ ਸਾਨੂੰ ਵੋਟਾਂ ਨਹੀਂ ਪਾਉਣੀਆਂ। ਮਤਲਬ ਤੁਸੀਂ ਦੇਖੋ ਕਿ ਰਾਜਨੀਤੀ ਦੀ ਖਾਤਰ ਜੇ ਲੋਕ ਮਰਦੇ ਤਾਂ ਮਰ ਜਾਣ ਤੇ ਉਹਨਾਂ ਨੂੰ ਕੋਈ ਪਰਵਾਹ ਨਹੀਂ। ਉਹ ਕਹਿੰਦੇ ਸਾਡੀ ਰਾਜਨੀਤੀ ਜਿੰਦਾ ਰਹਿਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਦਿੱਲੀ ਬੈਠ ਕੇ ਕੰਟਰੋਲ ਕਰਦੇ ਸਾਰਾ ਕੁਝ, ਲੇਕਿਨ ਪ੍ਰਧਾਨ ਮੰਤਰੀ ਤਾਂ ਚੋਣਾਂ ਵਾਲੇ ਰਾਜਾਂ ਦੇ ਵਿੱਚ ਫਿਰਦੇ ਰਹੇ ਪਹਿਲਾਂ ਵੀ ਤੇ ਹੁਣ ਵੀ ਉਹ ਚੱਕਦੇ ਆ। ਮਤਲਬ ਕਹਿੰਦੇ ਵੀ ਉਹ ਤਾਂ ਰਾਤ ਨੂੰ ਸੌਣ ਵਾਸਤੇ ਦਿੱਲੀ ਆਉਂਦੇ ਰਹਿੰਦੇ ਬੰਗਾਲ 'ਚ। ਦਿਨ ਤਾਂ ਸਾਰਾ ਉਹਨਾਂ ਦਾ ਬੰਗਾਲ ਦੇ ਵਿੱਚ ਜਾਂਦਾ ਹੈ। ਤੇ ਦਾਨੇ ਵਾਲੀਆ ਸਾਹਿਬ ਜੀ ਇਸ ਵੇਲੇ ਆਪਾਂ ਹਾਲਤ ਦੇਖੀਏ ਕਰੋਨਾ ਨੇ ਕੀਤਾ ਕੀ ਹੈ। ਜਿਹੜੀਆਂ ਖਬਰਾਂ ਆ ਰਹੀਆਂ ਭਾਰਤ ਦਾ ਜਿਹੜਾ ਚੋਣਾਂ ਕਰਵਾਉਣ ਵਾਲਾ ਵੱਡਾ ਕਮਿਸ਼ਨ ਹੈ ਜੀ, ਜਿਹਨੂੰ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਹਿੰਦੇ ਆ, ਉਹਦਾ ਜਿਹੜਾ ਮੁਖੀ ਹੈ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਜੀ, ਕਰੋਨਾ ਵਾਇਰਸ ਕੱਲ ਉਹਨਾਂ ਨੂੰ ਵੀ ਹੋ ਗਿਆ। ਅੱਛਾ ਜੀ। ਉਹ ਕਿੱਥੇ ਤੁਰੇ ਫਿਰਦੇ ਸੀ? ਉਹ ਪਤਾ ਨਹੀਂ ਕਿੱਥੋਂ ਪੈ ਗਏ। ਵਾਇਰਸ ਤਾਂ ਕਿਤੋਂ ਵੀ ਆ ਸਕਦਾ। ਉਹ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਜਤਿੰਦਰਾ ਸਿੰਘ ਜੀ, ਜਿਹੜੇ ਬੜੇ ਪਾਵਰਫੁਲ ਮੰਤਰੀ ਹੈ ਔਰ ਜੰਮੂ ਕਸ਼ਮੀਰ ਤੋਂ ਆਉਂਦੇ ਹੈ, ਕਰੋਨਾ ਉਹਨਾਂ ਨੂੰ ਵੀ ਹੋ ਗਿਆ ਜੀ। ਕਰੋਨਾ ਜੀ ਰਾਹੁਲ ਗਾਂਧੀ ਨੂੰ ਵੀ ਹੋ ਗਿਆ, ਸਿੰਪਟਮ ਉਹਦੇ ਵੀ ਆ ਗਏ। ਕਾਂਗਰਸ ਪਾਰਟੀ ਦਾ ਇੱਕ ਲੀਡਰ ਹੋਰ ਹੈ ਆਨੰਦ ਸ਼ਰਮਾ, ਉਹਨੂੰ ਵੀ ਹੋ ਗਿਆ। ਔਰ ਅਰਵਿੰਦ ਕੇਜਰੀਵਾਲ ਜੀ, ਉਹਨਾਂ ਦੀ ਵਾਈਫ ਨੂੰ ਵੀ ਹੋ ਗਿਆ। ਅਰਵਿੰਦ ਕੇਜਰੀਵਾਲ ਨੇ ਵੀ ਆਪਣੇ ਆਪ ਨੂੰ ਜਿਹੜਾ ਹੈਗਾ ਆਈਸੋਲੇਟ ਕੀਤਾ ਹੋਇਆ ਜੀ। ਸੋ ਇੰਨੀ ਭਿਆਨਕਤਾ ਜਿਹੜੀ ਹੈਗੀ ਹੈ ਕਰੋਨਾ ਦੀ ਫੈਲੀ ਹੋਈ ਹੈ। ਇਹਦੇ ਤੇ ਅਗਲੀ ਗੱਲ ਵੀ ਕਹਿ ਦਿੱਤੀ ਜੀ ਇਹਨਾਂ ਨੇ, ਜਿਹੜੇ ਆਪਣੇ ਮੰਤਰੀਗਣ ਹੈ, ਜਿਹੜੀ ਇਹਨਾਂ ਦੀ ਮੰਤਰੀ ਟੀਮ ਕਹਿ ਸਕਦੇ ਆ ਭਾਰਤ ਸਰਕਾਰ ਦੀ ਜੀ। ਮੈਂ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕੱਲ ਕਿਹਾ ਕਿ ਜੀ ਲਾਕਡਾਊਨ ਹੈ ਜਿਹੜਾ ਇਹ ਸਾਡੀ ਆਖਰੀ ਰਾਹ ਹੈ, ਇਹ ਦੂਤੇ ਕੋਈ ਨਹੀਂ, ਇਹ ਆਖਰੀ ਰਾਹ। ਇਹਦਾ ਮਤਲਬ ਇਹ ਹੈ ਕਿ ਲਾਕਡਾਊਨ ਲਾ ਸਕਦੇ ਹੈ, ਇਹ ਨਹੀਂ ਕਿ ਨਹੀਂ ਲਾਵਾਂਗੇ ਜੀ ਜੀ। ਇਹਦੇ ਬਾਰੇ ਇੱਕ ਅਖਬਾਰ ਨੇ ਲਿਖਿਆ ਕਿ ਸ਼ਾਇਦ ਇਸ ਕੰਮ ਲਈ 30 ਅਪ੍ਰੈਲ ਉਡੀਕੀ ਜਾ ਰਹੀ ਹੈ। 30 ਅਪ੍ਰੈਲ ਤੱਕ ਚੋਣਾਂ ਵਾਲਾ ਕੰਮ ਮੁੱਕ ਜੂਗਾ, ਕੱਲਾ ਰਿਜ਼ਲਟ ਰਹਿ ਜੂ। ਕੇਰਾ ਇੱਕ ਵਾਰੀ ਤਾਂ ਮਤਲਬ ਔਲੀ ਟਲਦੀ ਹੈ, ਵੋਟਾਂ ਪਵਾ ਲੈਣਗੇ। ਵੋਟਾਂ ਪਾਉਣ ਤੋਂ ਬਾਅਦ ਕਹਿੰਦੇ ਲਾਕਡਾਊਨ ਲਾ ਦੇਵਾਂਗੇ, ਫਿਰ ਗਿਣਤੀ ਆਰਾਮ ਨਾਲ ਕਰਾਂਗੇ, ਲਾ ਸਕਦੇ। ਦੂਜੇ ਪਾਸੇ ਕੱਲ ਇੱਕ ਮੀਟਿੰਗ ਹੋਈ ਹੈ, ਉਹ ਮੀਟਿੰਗ ਜਿਹੜਾ ਇਹਨਾਂ ਦਾ ਹੈਗਾ ਨੀਤੀ ਆਯੋਗ, ਉਹਦੇ ਮੈਂਬਰ, ਹੋਮ ਸੈਕਟਰੀ ਜੀ, ਹੈਲਥ ਸੈਕਟਰੀ ਔਰ ਇਹਨਾਂ ਸਾਰਿਆਂ ਨੇ ਇਕੱਠਿਆਂ ਹੋ ਕੇ ਇੱਕ ਮੀਟਿੰਗ ਕੀਤੀ ਹੈ। ਸਾਰੇ ਜਿਹੜੇ ਭਾਰਤ ਵਰਸ਼ ਦੇ
ਸੂਬਿਆਂ ਦੇ ਚੀਫ ਸੈਕਟਰੀ ਆ ਉਹਨਾਂ ਨਾਲ, ਜੀ ਵੱਡੇ ਅਫਸਰਾਂ ਨਾਲ ਮੀਟਿੰਗ ਕੀਤੀ ਹੈ। ਔਰ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਅਗਲੇ 3 ਹਫ਼ਤੇ ਹੈ, ਜੀ ਅਗਲੇ 3 ਹਫ਼ਤੇ ਜਿਹੜੇ ਹੈਗੇ ਆ ਕਰੋਨਾ ਦੇ ਖਿਲਾਫ ਜਿਹੜੀ ਲੜਾਈ ਲੜੀ ਜਾ ਰਹੀ ਹੈ ਉਹਦੇ ਲਈ ਇਹ ਬਹੁਤ ਹੀ ਮਹੱਤਵਪੂਰਨ ਹੈ ਜੀ। ਔਰ ਜਿਹੜੀ ਹੈਗੀ ਹੈ ਬਹੁਤ ਹੀ ਸੰਜੀਦਗੀ ਦੇ ਨਾਲ ਇਹਦੇ ਨਾਲ ਲੜਾਈ ਲੜਨ ਦੀ ਲੋੜ ਹੈ। ਪਰ ਵੱਡੀ ਗੱਲ ਇਹ ਹੈ ਕਿ ਲੜਾਈ ਵੇਖ ਕੇ ਕਿਹਨੂੰ ਲੜਨੀ ਹੈ। ਇਹੀ ਤਾਂ ਗੱਲ ਹੈ। ਅੱਜ ਤੁਸੀਂ ਦੇਖੋ ਇੱਥੇ ਕਿ ਜੇ ਤੁਹਾਡੇ ਮਾਈਕ ਨਾ ਆਪਣਾ ਮਾਸਕ ਨਾ ਲੱਗਿਆ ਹੋਵੇ ਤੁਹਾਨੂੰ ਪੁਲਿਸ ਵਾਲੇ ਘੇਰ ਲੈਂਦੇ ਆ। ਜੀ ਹੁਣ ਤਾਂ ਹਬਦਬੀ ਕਰਨ ਲੱਗੇ, ਕੱਲਾ ਜੁਰਮਾਨਾ ਨਹੀਂ ਕਰਦੇ, ਛਿੱਤਰ ਪਰੇਡ ਵੀ ਕਰਦੇ। ਕੁਛ ਲੋਕਾਂ ਦੀ ਛਿੱਤਰ ਪਰੇਡ ਹੋਈ ਹੈ, ਫਿਰ ਉਹ ਕਹਿੰਦੇ ਜੀ ਤੁਹਾਨੂੰ ਜੁਰਮਾਨਾ ਹੋਊਗਾ 2000 ਰੁਪਈਆ। ਜੀ ਪਰ ਜਦੋਂ ਪ੍ਰਧਾਨ ਮੰਤਰੀ ਰੈਲੀਆਂ ਕਰਦੇ ਆ ਉੱਥੇ ਕਿਹਦੇ ਮਾਸਕ ਲੱਗੇ ਹੁੰਦੇ? ਕਿਸੇ ਦੇ ਨਹੀਂ। ਉੱਥੇ ਇਹ ਕਿਉਂ ਨਹੀਂ ਹੁੰਦਾ? ਨਾ ਸਾਡੇ ਗ੍ਰਹਿ ਮੰਤਰੀ ਦੇ ਕਿਹੜੇ ਲੱਗੇ ਹੁੰਦੇ ਆ ਤਾਂ ਤੁਰੇ ਫਿਰਦੇ ਕਿਸੇ ਦੇ ਨਹੀਂ। ਹੁਣ ਇਹ ਹੈ ਕਿ ਲੋਕਾਂ ਨੇ ਉੱਪਰਲਿਆਂ ਨੂੰ ਦੇਖਣਾ ਕਿ ਉੱਪਰਲਿਆਂ ਦੀ ਸਥਿਤੀ ਕੀ ਹੈ, ਉਹੀ ਲੋਕਾਂ ਨੇ ਫਿਰ ਅੱਗੇ ਇੰਪਲੀਮੈਂਟ ਕਰਨਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਢਿੱਲੋਂ ਸਾਹਿਬ, ਸ਼ੁਕਰੀਆ, ਮਿਹਰਬਾਨੀ। ਸੋ ਫਿਲਹਾਲ ਇੱਕ ਬ੍ਰੇਕ ਤੇ ਫਿਰ ਹਾਜ਼ਰ ਹੁੰਦੇ ਤੁਹਾਡੇ ਨਾਲ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਨਾਲ।